ਅੱਜ ਹਾਲਾਤ ਕੁਛ ਇੱਦਾਂ ਦੇ ਹੋ ਚੁੱਕੇ ਆ ਵੀ ਇੱਕ ਦੂਸਰੇ ਦੀਆਂ ਸਾਰੇ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਤੇ ਲੱਗੇ ਹੋਏ ਨੇ। ਬਾਬੇ ਤੁਹਾਡੀਆਂ ਟੰਗਾਂ ਵੀ ਖਿੱਚੀਆਂ ਗਈਆਂ 26 ਤਰੀਕ ਤੋਂ ਬਾਅਦ ਤੁਹਾਡੇ ਤੇ ਬਹੁਤ ਉਂਗਲਾਂ ਉੱਠੀਆਂ। ਇਵਨ 26 ਤੋਂ ਪਹਿਲਾਂ ਵੀ ਤੁਹਾਨੂੰ ਆਪਣਿਆਂ ਨੇ ਵੀ ਘੇਰਿਆ ਹੈ। 26 ਤੋਂ ਬਾਅਦ ਤਾਂ ਸਰਕਾਰਾਂ ਨੂੰ ਵੀ ਮੌਕਾ ਮਿਲਿਆ ਹੈ, ਤੁਹਾਡੇ ਪੋਸਟਰ ਵੀ ਛਪੇ ਸਰਕਾਰ ਵੱਲੋਂ। ਦੇਖੋ ਇਹ ਗੱਲ ਨਾ ਉੱਥੇ ਸਾਰੇ ਇੱਕੋ ਜਿਹੇ ਇਨਸਾਨ ਨਹੀਂ ਹੈਗੇ। ਅਸੀਂ ਸਿਰਫ ਕਿਸਾਨ ਕਰਕੇ ਬੈਠੇ ਹਾਂ ਜਿਹੜਾ ਟਰਾਲੀਆਂ 'ਚ ਬੈਠਾ, ਹਾਲੇ ਉਹਦੀ ਹਾਲੇ ਤੱਕ ਕੋਈ ਗੱਲ ਨਹੀਂ ਹੋਈ, ਠੀਕ ਹੈ ਨਾ। ਜਿਹੜਾ ਟਰਾਲੀਆਂ ਦੇ ਵਿੱਚ ਬੈਠਾ ਉਹਦੀ ਗੱਲ ਨਹੀਂ ਹੋਈ। ਹੁਣ ਪਾਰਟੀਆਂ ਨੇ, ਉਹ ਤਾਂ ਪਾਰਟੀਆਂ ਤੇ ਚਾਹੁੰਦੀਆਂ ਨੇ ਵੀ ਅਸੀਂ ਪਾਸੇ ਹੋਈਏ ਤੇ ਇੱਥੇ 84 ਦਾ ਜਾਂ ਕੋਈ ਐਸਾ ਮਾਹੌਲ ਬਣ ਜੇ। ਲੋਕ ਜ਼ਿਆਦਾਤਰ ਕੁਰਸੀਆਂ ਕਮਾਉਣ ਤੇ ਲੱਗੇ ਹੋਏ ਆ ਉੱਥੇ। ਧਰਮ ਦੀ ਜਿਹੜੀ ਗੱਲ ਹੈ, ਧਰਮ ਤਾਂ ਆਪਣਾ ਕੰਮ ਕਰ ਰਿਹਾ, ਉਹ ਤਾਂ ਗਰੀਬ ਤੇ ਗਊ ਦੀ ਰੱਖਿਆ ਕਰਦਾ। 26 ਨੂੰ ਜੇ ਲਾਲ ਕਿਲੇ ਗਏ ਸੀ ਤਾਂ ਉੱਥੇ ਆ ਕੇ ਬੈਠੇ ਆ। ਇਹ ਤਾਂ ਐਨ ਵੀ ਨਿਸ਼ਾਨ ਚਲਾ ਕੇ ਉਦੋਂ ਤਾਂ ਭੱਜ ਗਏ ਉੱਥੋਂ। ਨਾਰੇ ਲੱਗੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। ਮੇਰੇ ਖਿਆਲ ਜਾਂ ਤਾਂ ਉਹਨੂੰ ਕੋਈ ਵਹਿਮ ਹੋਣਾ ਹੈ। ਪੰਥ ਮਹਾਰਾਜ ਦੇ ਨਿਸ਼ਾਨ ਤਾਂ ਉਹ ਪਹਿਲਾਂ ਵੀ ਝੂਲਦੇ ਹੀ ਸੀ, ਹੁਣ ਵੀ ਝੂਲਦੇ ਨੇ ਤੇ ਅੱਗੇ ਵੀ ਝੂਲਦੇ ਹੀ ਰਹਿਣਗੇ। ਪਰ ਝੁਲਾਉਣ ਵਾਲੇ ਤਾਂ 9 ਤੋਂ 11 ਹੋ ਗਏ ਉੱਥੇ ਤੋਂ। ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਫਿਰ ਨਿਸ਼ਾਨ ਲਾ ਕੇ ਉੱਥੇ ਖੜਨਾ ਚਾਹੀਦਾ ਸੀ, ਫਿਰ ਭੱਜਣਾ ਨਹੀਂ ਚਾਹੀਦਾ। ਕੁਝ ਲੋਕ ਅਜਿਹੇ ਨੇ ਜੋ ਕਹਿੰਦੇ ਨੇ ਵੀ ਜਦ ਤੱਕ ਖਾਲਿਸਤਾਨ ਨਹੀਂ ਬਣਦਾ, ਸਾਨੂੰ ਆਪਣਾ ਨਹੀਂ ਮਿਲਦਾ, ਉਦੋਂ ਤੱਕ ਸਿੱਖਾਂ ਦੀ ਗੱਲ ਨਹੀਂ ਹੋਣੀ, ਸਿੱਖਾਂ ਨੂੰ ਹੱਕ ਨਹੀਂ ਮਿਲਣਾ। ਦੇਖੋ ਜਿਹੜੇ ਖਾਲਿਸਤਾਨ ਦੀ ਗੱਲ ਆ ਨਾ, ਇਹ ਬਿਲਕੁਲ ਕਲੀਅਰ ਆ। ਅਸੀਂ ਬਾਣੀ ਤੇ ਦਾ ਆਦ ਤੋਂ ਜਗਾਤ ਤੱਕ ਖਾਲਸੇ ਦਾ ਰਾਜ ਹੈ। ਉੱਥੇ ਕਿਤੇ ਖਾਲਿਸਤਾਨ ਦਾ ਕੋਈ ਨਾਂ ਨਹੀਂ ਹੈਗਾ। ਦਿੱਲੀ ਦੀਆਂ ਬਰੂਹਾਂ ਤੇ ਲੱਗਾ ਕਿਸਾਨ ਮੋਰਚਾ ਸਾਰੇ ਧਰਮਾਂ ਤੋਂ ਉੱਤੇ ਉੱਠ ਕੇ ਲਾਇਆ ਗਿਆ ਹੈ। ਉਹ ਮੋਰਚਾ ਲੱਗਾ ਹੈ ਅੰਨਦਾਤੇ ਦੇ ਲਈ। ਪਰ 26 ਜਨਵਰੀ ਨੂੰ ਉਸ ਮੋਰਚੇ ਨੂੰ ਇੱਕ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਾਂ ਫਿਰ ਕਹਿ ਲਓ ਧਾਰਮਿਕ ਰੰਗਤ ਦੇਣ ਦੀ ਕੋਈ ਸਾਜ਼ਿਸ਼ ਰਚੀ ਗਈ। ਤੇ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਮੋਰਚੇ ਦੇ ਵਿੱਚ ਪਹਿਲੇ ਹੀ ਦਿਨ ਤੋਂ ਨਿਹੰਗ ਸਿੰਘਾਂ ਦੀ ਫੌਜ ਵੀ ਬੈਠੀ ਹੈ, ਜਿਸ ਤੇ ਉਂਗਲ ਵੀ ਉੱਠਦੀ ਰਹੀ ਹੈ ਤੇ ਖਾਸ ਕਰਕੇ ਇੱਕ ਧਰਮ ਦਾ ਉਹਨਾਂ ਨੂੰ ਮੰਨਿਆ ਜਾਂਦਾ ਹੈ। ਬਾਬਾ ਬੁੱਢਾ ਦਲ ਦੇ ਨਿਹੰਗ ਸਿੰਘ ਜੋ ਪਹਿਲੇ ਦਿਨ ਤੋਂ ਸਰਕਾਰੀ ਫੌਜਾਂ ਦੇ ਸਾਹਮਣੇ ਮੱਥਾ ਲਾ ਕੇ ਬੈਠੇ ਨੇ, ਇਹ ਕਹਿ ਕੇ ਵੀ ਜੇਕਰ ਕਿਸਾਨਾਂ ਵੱਲ ਨੂੰ ਤੁਸੀਂ ਕੋਈ ਵੀ ਜ਼ੁਲਮ ਕਰਨਾ ਹੈ ਤਾਂ ਪਹਿਲਾਂ ਸਾਡੇ ਨਾਲ ਤੁਹਾਨੂੰ ਟਕਰਾਉਣਾ ਪੈਣਾ ਹੈ। ਬਾਬਾ ਬੁੱਢਾ ਦਲ ਦੇ ਨਿਹੰਗ ਸਿੰਘ ਅਮਨ ਜੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ, ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਾਬਾ ਜੀ, ਮੈਂ ਪਹਿਲਾਂ ਹੀ ਤੇ ਸਿੱਧਾ ਸਵਾਲ ਕਰਾਂਗਾ ਕਿਉਂਕਿ ਇਸ ਬਾਣੇ ਦੇ ਨਾਲ ਇੱਕ ਧਾਰਮਿਕ ਰੰਗ ਜੁੜਿਆ ਹੋਇਆ ਹੈ। ਦੂਜੇ ਪਾਸੇ ਕਿਹਾ ਵੀ ਜਾਂਦਾ ਵੀ ਨਿਹੰਗਾਂ ਦਾ ਮੋਹ ਮਾਇਆ ਨਾਲ ਕੋਈ ਲੈਣਾ ਦੇਣਾ ਨਹੀਂ। ਫਿਰ ਤੁਹਾਡਾ ਪਹਿਲੇ ਹੀ ਦਿਨ ਤੋਂ ਮੋਰਚੇ ਦੇ ਵਿੱਚ ਬੈਠਣ ਦਾ ਕਾਰਨ ਕੀ ਹੈ? ਦੇਖੋ ਨਾ, ਸਾਨੂੰ ਅਪਾਰ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਜੋ ਅਸੀਂ ਲੰਬੇ ਸਮੇਂ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਸੇਵਾ ਕਰਦੇ ਹਾਂ। ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸਾਨੂੰ ਜਿੰਨੀ ਵੀ ਉੱਥੋਂ ਵਿੱਦਿਆ ਮਿਲੀ ਆ, ਸਾਨੂੰ ਉਹ ਵਿੱਦਿਆ ਦੇ ਅਤੀ ਇਹ ਹੋਇਆ ਵੀ ਇਹ ਜਿਹੜਾ ਅੱਜ ਜ਼ੁਲਮ ਹੋ ਰਿਹਾ ਹੈ ਕਿਸਾਨਾਂ ਤੇ ਆਪਸ ਵਿੱਚ ਜ਼ੁਲਮ ਹੋ ਰਿਹਾ, ਵੀ ਸਾਨੂੰ ਹੱਕ ਸੱਚ ਲਈ ਤੇ ਉਹਨਾਂ ਦੀ ਮਦਦ ਦੇ ਲਈ ਉੱਥੇ ਉਤਰਨਾ ਚਾਹੀਦਾ ਫਰੰਟ ਦੇ ਉੱਤੇ। ਕਿਉਂ ਦੇਖੋ ਪਿਛਲੇ ਕੁਛ 100 ਸਾਲ ਤੋਂ ਬੜੀਆਂ ਕੋਈ ਸ਼੍ਰੋਮਣੀ ਦਲ ਬਣਾਈ ਫਿਰਦਾ ਹੈ, ਕੋਈ ਕੁਛ ਦਲ ਬਣਾਈ ਫਿਰਦਾ ਹੈ, ਬਹੁਤ ਧੜੇਬੰਦੀਆਂ ਬਣ ਚੁੱਕੀਆਂ ਨੇ, ਸ਼੍ਰੋਮਣੀ ਕਮੇਟੀ ਬਣਾਈ ਹੋਈ ਹੈ ਤੇ ਉਹਦੇ ਤੇ ਕੋਈ ਉੱਥੇ ਫਰੰਟ ਤੇ ਨਹੀਂ ਉਤਰਿਆ। ਅੱਜ ਫਿਰ ਜੋ ਇਹ ਪੰਥ ਹੈ, ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੋ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਚੱਲਦਾ ਆ ਰਿਹਾ ਤੇ ਉਹਦੇ ਸਦਕਾ ਭਾਈ ਅਸੀਂ ਉੱਥੇ ਇੱਕ ਹੱਕ ਸੱਚ ਦੀ ਲੜਾਈ ਨੂੰ ਬਿਲਕੁਲ ਉੱਥੇ ਬੈਠੇ ਹਾਂ। ਸਾਡਾ ਜਾਂ ਕਿਸੇ ਪਾਰਟੀ ਦੇ ਨਾਲ ਜਾਂ ਇਹਨਾਂ ਦੇ ਲੀਡਰਾਂ ਦੇ ਨਾਲ ਕੋਈ ਸਾਡਾ ਸੰਪਰਕ ਨਹੀਂ ਹੈਗਾ। ਆਉਣ ਵਾਲੇ ਸਮੇਂ 'ਚ ਜੋ ਇਹ ਕਾਨੂੰਨੀ ਕਾਰਵਾਈ ਲੜ ਰਹੇ ਨੇ ਉਹ ਆਪਣੀ ਲੜਦੇ ਰਹਿਣ। ਪਰ ਅੱਜ ਹਾਲਾਤ ਕੁਛ ਇੱਦਾਂ ਦੇ ਹੋ ਚੁੱਕੇ ਆ ਵੀ ਇੱਕ ਦੂਸਰੇ ਦੀਆਂ ਸਾਰੇ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਤੇ ਲੱਗੇ ਹੋਏ ਨੇ। ਬਾਬੇ ਤੁਹਾਡੀਆਂ ਟੰਗਾਂ ਵੀ ਖਿੱਚੀਆਂ ਗਈਆਂ 26 ਤਰੀਕ ਤੋਂ ਬਾਅਦ, ਤੁਹਾਡੇ ਤੇ ਬਹੁਤ ਉਂਗਲਾਂ ਉੱਠੀਆਂ। ਇਵਨ 26 ਤੋਂ ਪਹਿਲਾਂ ਵੀ ਤੁਹਾਨੂੰ ਆਪਣਿਆਂ ਨੇ ਵੀ ਘੇਰਿਆ ਹੈ। 26 ਤੋਂ ਬਾਅਦ ਤਾਂ ਸਰਕਾਰਾਂ ਨੂੰ ਵੀ ਮੌਕਾ ਮਿਲਿਆ ਹੈ, ਤੁਹਾਡੇ ਪੋਸਟਰ ਵੀ ਛਪੇ ਸਰਕਾਰ ਵੱਲੋਂ ਬਈ ਤੁਹਾਡੀ ਵੀ ਭਾਲ ਹੋ ਰਹੀ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਸਰਕਾਰ ਨੇ ਜਾਂ ਸਪੈਸ਼ਲ ਸੈੱਲ ਨੇ, ਆਪਰੇਸ਼ਨ ਸੈੱਲ ਨੇ ਦਿੱਲੀ ਨੇ ਬੁਲਾਇਆ ਵੀ, ਪੁਲਿਸ ਨੇ, ਜਾਂ ਫਿਰ ਨਹੀਂ? ਦੇਖੋ ਸਾਡੀ 1-2 ਵਾਰ ਸਾਨੂੰ ਫੋਨ ਆਏ ਨੇ, ਅਸੀਂ ਉਹਦੇ ਵਿੱਚ ਕਲੀਅਰ ਕਰ ਚੁੱਕੇ ਹਾਂ ਵੀ ਜਿਹੜਾ ਲਾਲ ਕਿਲੇ ਦਾ ਮਸਲਾ ਸੀ ਇਹਨਾਂ ਦਾ, ਇਹਨਾਂ ਦੀ ਆਪਣਾ ਸੀ। ਸਾਡਾ ਸਿਰਫ ਮਤਲਬ ਇਹ ਸੀ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਨ ਗਏ ਸੀ। ਠੀਕ ਹੈ, ਜਦੋਂ ਅਸੀਂ ਉੱਥੇ ਨਮਸਕਾਰ ਕਰਦੇ ਹਾਂ ਤੇ ਅਸੀਂ ਪਹਿਲੇ ਦਿਨ ਕਹਿ ਚੁੱਕੇ ਸੀ ਵੀ ਭਾਈ ਅਸੀਂ ਉੱਥੇ ਜਾਣਾ, ਇਹਨਾਂ ਦਾ ਆਪਣਾ ਮਸਲਾ ਸੀ। ਪਰ ਉੱਥੇ
ਸਾਨੂੰ ਅਚਾਨਕ ਪਤਾ ਲੱਗਦਾ ਹੈ ਵੀ ਅੰਦਰ ਗੋਲੀ ਚੱਲ ਗਈ, ਠੀਕ ਹੈ ਨਾ। ਤੇ ਇਹਨਾਂ ਨੇ ਨਿਸ਼ਾਨ ਜਿਹੜੇ ਉਹ ਨਿਸ਼ਾਨ ਦੀ ਗੱਲ ਕਰਦੇ ਆ, ਦੇਖੋ ਪੰਥ ਦੇ ਜਿਹੜੇ ਨਿਸ਼ਾਨ ਨੇ ਉਹ ਤਾਂ ਆਦ ਤੋਂ ਜਗ੍ਹਾ ਤੱਕ ਝੁੱਲ ਰਹੇ ਨੇ, ਪਰ ਹੁਣ ਆਉਣ ਵਾਲਾ ਸਮਾਂ ਅੱਜ ਉਹੀ ਚੀਜ਼ ਨੂੰ ਲੋਕ ਬੜਾ ਮੁੱਦਾ ਬਣਾ ਲੈਂਦੇ ਆ ਵੀ ਨਿਸ਼ਾਨ। ਦੇਖੋ ਜੋ ਅਸੀਂ ਪੰਥ ਦੀ ਸਥਿਤੀ ਤੇ ਅੱਜ ਸਾਨੂੰ ਸਾਰਿਆਂ ਨੂੰ ਇੱਕ ਸੱਚ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਪਊਗੀ, ਕਹਿਣਾ ਪਊਗਾ ਜੋ ਵੀ ਸੱਚ ਹੋ ਰਿਹਾ। ਹੁਣ ਕਈ ਲੋਕ ਕਹਿੰਦੇ ਆ ਵੀ 26 ਤਰੀਕ ਨੂੰ ਬੜਾ ਮਾੜਾ ਹੋਇਆ, ਜੋ ਹੋ ਰਿਹਾ ਉਹਦੇ ਹੁਕਮ 'ਚ ਹੋਇਆ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਰਿਹਾ। ਲੀਡਰ ਉਦੋਂ ਚੜ੍ਹਦੀ ਕਲਾ ਦੇ ਵਿੱਚ ਹੋਣਾ ਚਾਹੀਦਾ ਸੀ, ਇਹਨਾਂ ਨੂੰ ਆਪਸ ਵਿੱਚ ਇੱਕ ਦੂਸਰੇ ਨੂੰ ਭਿੰਡਣ ਦੇ ਨਾਲ ਥੋੜਾ ਪਿੱਛੇ ਆ ਗਏ ਨੇ ਹੁਣ। ਨਹੀਂ ਬਾਬਾ ਜੀ, ਲੇਕਿਨ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਆਪਣਿਆਂ ਨੇ ਵੀ ਤੁਹਾਨੂੰ ਨਹੀਂ ਦਿਆ, ਤੁਹਾਨੂੰ ਸਰਕਾਰ ਨੇ ਵੀ ਨਹੀਂ ਦਿਆ, ਤੁਹਾਡੇ ਦਿਲ 'ਚ ਕਦੀ ਇਹ ਨਹੀਂ ਆਇਆ ਵੀ ਯਾਰ ਵੀ ਅਸੀਂ ਲੈਣਾ ਹੀ ਕੀ ਹੈ ਯਾਰ, ਅਸੀਂ ਗਾਲਾਂ ਉੱਥੋਂ ਵੀ ਸੁਣ ਰਹੇ ਹਾਂ ਇੱਥੋਂ ਵੀ ਸੁਣ ਰਹੇ ਹਾਂ, ਚਲੋ ਅਸੀਂ ਚੱਲੀਏ? ਦੇਖੋ ਇਹ ਗੱਲ ਨਾ, ਉੱਥੇ ਸਾਰੇ ਇੱਕੋ ਜਿਹੇ ਇਨਸਾਨ ਨਹੀਂ ਹੈਗੇ। ਅਸੀਂ ਸਿਰਫ ਕਿਸਾਨ ਕਰਕੇ ਬੈਠੇ ਹਾਂ ਜਿਹੜਾ ਟਰਾਲੀਆਂ 'ਚ ਬੈਠਾ, ਹਾਲੇ ਉਹਦੀ ਹਾਲੇ ਤੱਕ ਕੋਈ ਗੱਲ ਨਹੀਂ ਹੋਈ, ਠੀਕ ਹੈ ਨਾ। ਜਿਹੜਾ ਟਰਾਲੀਆਂ ਦੇ ਵਿੱਚ ਬੈਠਾ ਉਹਦੀ ਗੱਲ ਨਹੀਂ ਹੋਈ। ਹੁਣ ਪਾਰਟੀਆਂ ਨੇ, ਉਹ ਤਾਂ ਪਾਰਟੀਆਂ ਤੇ ਚਾਹੁੰਦੀਆਂ ਨੇ ਵੀ ਅਸੀਂ ਪਾਸੇ ਹੋਈਏ ਤੇ ਇੱਥੇ 84 ਦਾ ਜਾਂ ਕੋਈ ਐਸਾ ਮਾਹੌਲ ਬਣ ਜੇ ਵੀ ਇਹ ਜਿਹੜਾ ਮੋਰਚਾ, ਜਿਵੇਂ ਪਿੱਛੇ ਬਰਗਾੜੀ ਦਾ ਮੋਰਚਾ ਹੈ, ਇਹ ਉਹਦੇ ਵਾਂਗੂ ਨੂੰ ਖਤਮ ਨਾ ਕਰਨ ਦੀ ਕੋਸ਼ਿਸ਼ ਦੇ ਨਾਲ। ਇਹ ਦੇਖੋ ਸੂਝਵਾਨ ਜਥੇਬੰਦੀਆਂ ਨੇ, ਇਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਇੱਕ ਦੂਸਰੇ ਦੇ ਲੜਾਈ ਦੇ ਨਾਲ ਇਹ ਮਸਲਾ ਨਹੀਂ ਹੁਣ ਹੱਲ ਹੋਣਾ। ਇਹ ਬਹਿ ਕੇ ਕਾਨੂੰਨੀ ਤਰੀਕੇ ਦੇ ਨਾਲ ਲੜਾਈ ਦੇ ਨਾਲ ਜਿਹੜਾ ਮਸਲਾ ਨਹੀਂ ਹੱਲ ਹੋਣਾ, ਇਹ ਕਾਨੂੰਨੀ ਤਰੀਕੇ ਦੇ ਨਾਲ ਲੜਾਈ ਲੜਨੀ ਪਊਗੀ। ਸੂਝਵਾਨ ਵਿਦਵਾਨ ਇਕੱਠੇ ਹੋ ਕੇ ਇਸ ਗੱਲ ਨੂੰ ਨਿਮੇੜ ਸਕਦੇ ਨੇ। ਉਹਦੇ 'ਚ ਹੁਣ ਸਾਨੂੰ ਕਲੀਅਰ ਕਹਿਤਾ ਸੀ ਵੀ ਤੁਸੀਂ ਆਪਣੇ ਵੀ ਇਹ ਸਾਡੀ ਧਰਮ ਦੀ ਲੜਾਈ ਨਹੀਂ ਹੈਗੀ। ਇਹ ਇੰਨਾ ਧਿਆਨ ਰੱਖਿਓ ਵੀ ਜੇ ਉੱਥੇ ਪਰਮੇਸ਼ਰ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਆਦਰਵਾਰ ਸਰਬਲੋਕ ਦਰਬਾਰ ਦਸਮ ਦਰਬਾਰ ਪ੍ਰਕਾਸ਼ ਨੇ, ਉੱਥੇ ਨਿਤਨੇਮ ਹੁੰਦਾ, ਬਾਣੀ ਪੜ੍ਹ ਹੁੰਦੀ ਹੈ। ਇਸ ਲਈ ਬਾਣੀ, ਕਿਉਂ ਬਾਣੀ ਹੈ ਪਰਮੇਸ਼ਰ ਅਕਾਲ ਪੁਰਖ ਦੀ, ਉਹ ਸਭ ਦਾ ਭਲਾ ਮੰਗਦੀ ਹੈ, ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਕਿਸਾਨ ਨੇ। ਉਹਦੇ ਵਿੱਚ ਕੱਲ੍ਹ ਨੂੰ ਕੋਈ ਵੀ ਗੱਲ ਹੁੰਦੀ ਆ ਤਾਂ ਉਹ ਮੋਰਚੇ ਦੀ ਜ਼ਿੰਮੇਵਾਰੀ ਇਹਨਾਂ ਲੀਡਰਾਂ ਦੀ ਆ, ਜਾਂ ਜਿਹੜੇ ਨੌਜਵਾਨ ਪੀੜ੍ਹੀ ਮੂਹਰੇ ਲੱਗੀ ਹੋਈ ਆ ਇਹਨਾਂ ਦੀ ਬਣਦੀ ਆ। ਬਾਬਾ ਜੀ ਤੁਸੀਂ ਕਿਹਾ ਵੀ ਧਰਮ ਦੀ ਲੜਾਈ ਨਹੀਂ ਹੈਗੀ, ਪਰ 26 ਜਨਵਰੀ ਨੂੰ ਜੋ ਇਸ ਨੂੰ ਇੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਕੌਣ ਲੋਕ ਨੇ ਜੋ ਇਸ ਨੂੰ ਧਾਰਮਿਕ ਰੰਗਤ ਦੇ ਰਹੇ ਨੇ? ਫਿਰ ਦੇਖੋ ਜੀ, ਸਮਾਂ ਆਉਣ ਤੇ ਸਾਰਾ ਹੀ ਦੱਸ ਦੇਣਾ। ਦੇਖੋ ਹਰ ਇੱਕ ਇਨਸਾਨ ਸੋਚਦਾ, ਅੱਜ ਇੱਕ ਵਿਸ਼ਾ ਸਭ ਨੂੰ ਪਤਾ ਹੈ, ਅਸੀਂ ਇਹ ਗੱਲਾਂ ਬਿਲਕੁਲ ਸੱਚ ਹੈ ਵੀ ਉਹ ਸਾਰੇ ਮੁਲਕ 'ਚ ਪਤਾ ਹੈ ਵੀ ਅਸੀਂ ਕਿਸਾਨ ਅੰਦੋਲਨ ਦੀ ਲੜਾਈ ਲੜ ਰਹੇ ਹਾਂ। ਕਲੀਅਰ ਪਤਾ ਨਾ, ਕਿਸਾਨ ਅੰਦੋਲਨ ਨੂੰ ਹਰਿਆਣਾ ਬਾਹਰ ਨਿਕਲਿਆ, ਕਿਸਾਨ ਕਰਕੇ ਯੂਪੀ ਬਾਹਰ ਆਈ ਹੈ, ਕਿਸਾਨ ਕਰਕੇ ਪੰਜਾਬ ਬਾਹਰ ਚੱਲਿਆ, ਸਾਰਾ ਪੂਰਾ ਵਰਲਡ ਉਹਨੂੰ ਵਿਸ਼ਾ ਵੇਖ ਰਿਹਾ। ਇੱਕ ਸਿਰਫ ਇਹੀ ਗੱਲ ਕਹਿ ਰਿਹਾ ਵੀ ਇਹ ਸਾਡੀ ਕਾਨੂੰਨਾਂ ਦੀ ਲੜਾਈ ਹੈ, ਉੱਥੇ ਧਰਮ ਨਹੀਂ ਹੈਗਾ। ਧਰਮ ਹੈ ਜਿਹੜਾ, ਧਰਮ ਕਿਸੇ ਦੀ ਹੱਕ ਸੱਚ ਦੀ ਲੜਾਈ ਲਈ ਬੈਠਾ ਉੱਥੇ, ਵੀ ਕਿਸੇ ਕੱਲ੍ਹ ਨੂੰ ਕਿਸੇ ਤੇ ਕੋਈ ਅਤਿਆਚਾਰ ਨਾ ਹੋ ਜੇ। ਜਿਵੇਂ ਹੁਣ ਮਿਲਟਰੀ ਲੱਗੀ ਹੋਈ ਹੈ, ਉਹ ਇਸ ਕਰਕੇ ਲੱਗੀ ਹੈ, ਦੇਸ਼ ਨੇ ਲਾਈ ਆ। ਹੁਣ ਇਹ ਜਿਹੜੀ ਇਹ ਪਰਮੇਸ਼ਰ ਅਕਾਲ ਪੁਰਖ ਦੀ ਫੌਜ ਹੈ, ਇਸ ਕਰਕੇ ਲਾਈ ਆ ਵੀ ਉੱਥੇ ਇਹਨਾਂ ਦੀ ਆਪਸ ਵਿੱਚ ਲੀਡਰ, ਜਿਵੇਂ 84 'ਚ ਹੋਇਆ, ਇੰਨਾ ਕੁਛ ਹੋਇਆ ਉਹਦੇ ਹੁਕਮ 'ਚ ਹੀ ਹੋ ਰਿਹਾ। ਪਰ ਲੋਕ ਜ਼ਿਆਦਾਤਰ ਕੁਰਸੀਆਂ ਕਮਾਉਣ ਤੇ ਲੱਗੇ ਹੋਏ ਆ ਉੱਥੇ। ਧਰਮ ਦੀ ਜਿਹੜੀ ਗੱਲ ਹੈ, ਧਰਮ ਤਾਂ ਆਪਣਾ ਕੰਮ ਕਰ ਰਿਹਾ, ਉਹ ਤਾਂ ਗਰੀਬ ਤੇ ਗਊ ਦੀ ਰੱਖਿਆ ਕਰਦਾ। 26 ਨੂੰ ਜੇ ਲਾਲ ਕਿਲੇ ਗਏ ਸੀ ਤਾਂ ਉੱਥੇ ਹੀ ਆ ਕੇ ਬੈਠੇ ਆ। ਇਹ ਤਾਂ ਹੈ ਨਹੀਂ ਵੀ ਨਿਸ਼ਾਨ ਚਲਾ ਕੇ ਉਦੋਂ ਤਾਂ ਭੱਜ ਗਏ ਉੱਥੋਂ। ਮੈਂ ਵੈਸੇ ਆਣਾ ਉਸੇ ਗੱਲ ਤੇ ਸੀ ਅੱਗੇ। 26 ਤਰੀਕ ਨੂੰ ਲਾਲ ਕਿਲੇ ਤੇ ਜਦੋਂ ਝੰਡਾ ਤੁਸੀਂ ਕਹਿ ਲਓ ਜਾਂ ਨਿਸ਼ਾਨ ਸਾਹਿਬ ਜਿਹੜਾ ਸੀ, ਕੇਸਰੀ ਝੰਡਾ ਉੱਥੇ ਲਾਇਆ ਜਾਂਦਾ, ਨਿਸ਼ਾਨ ਸਾਹਿਬ, ਉੱਥੇ ਦੀਪ ਸਿੱਧੂ ਵੀ ਉੱਥੇ ਸੀਗਾ। ਨਾਰੇ ਲੱਗੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਤੇ। ਮੇਰੇ ਖਿਆਲ ਜਾਂ ਤਾਂ ਉਹਨੂੰ ਕੋਈ ਵਹਿਮ ਹੋਣਾ ਹੈ, ਪੰਥ ਮਹਾਰਾਜ ਦੇ ਨਿਸ਼ਾਨ ਤਾਂ ਉਹ ਪਹਿਲਾਂ ਵੀ ਝੂਲਦੇ ਹੀ ਸੀ, ਹੁਣ ਵੀ ਝੂਲਦੇ ਨੇ ਤੇ ਅੱਗੇ ਵੀ ਝੂਲਦੇ ਹੀ ਰਹਿਣਗੇ। ਪਰ ਝੁਲਾਉਣ ਵਾਲੇ ਤਾਂ 9 ਤੋਂ 11 ਹੋ ਗਏ ਉੱਥੇ ਤੋਂ। ਦੇਖੋ ਇਹ ਗੱਲ ਤਾਂ ਉਹਨਾਂ ਨਾਲ ਇਹ ਸੰਗਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਮਝਣੀ ਪੈਣੀ ਆ। ਜਿਹੜੀ ਪੰਥ ਦੀ ਗੱਲ ਹੈ, ਪੰਥ ਤੇ ਤੁਸੀਂ ਧਿਆਨ ਰੱਖਿਓ ਵੀ ਉੱਥੇ ਨਿਸ਼ਾਨ ਪੰਥ ਦੇ ਪਹਿਲਾਂ ਝੂਲਦੇ ਨੇ, ਹਰ ਪੂਰੇ ਵਰਲਡ 'ਚ ਝੂਲਦੇ ਨੇ। ਆਦ ਤੋਂ ਲੈ ਕੇ ਜਗਾਤ ਤੱਕ ਪੰਥ ਦੇ ਨਿਸ਼ਾਨ ਝੂਲਦੇ ਆ ਤੇ ਝੂਲਦੇ ਰਹਿਣਗੇ। ਇਹ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਇੱਕ ਇਨਸਾਨ ਮਸ਼ਹੂਰ, ਜਿਵੇਂ ਆਪਾਂ ਫਿਲਮ ਦੀ ਸਟੋਰੀ ਨਹੀਂ ਬਣਾਉਂਦੇ, ਐਕਟਰ ਬਣ ਜਾਂਦਾ, ਉਸ ਚੀਜ਼ ਦੇ ਨਾਲ ਹਰ ਬੰਦਾ ਜਿਹੜਾ ਵੀ ਉੱਥੇ ਗਿਆ, ਭਾਵੇਂ ਅਸੀਂ ਗਏ ਹਾਂ, ਅੱਜ ਸਾਨੂੰ ਲੋਕ ਲਾਲ ਕਿਲੇ ਦੇ ਨਾਂ, ਦਿੱਲੀ ਦੇ ਨਾਂ ਤੇ ਜਾਣਦੇ ਆ, ਉਹ ਵੀ ਗਏ ਨੇ। ਪਰ ਗੱਲ ਇਹ ਆ ਵੀ ਧਰਮ ਦਾ ਉੱਥੇ ਅਸੀਂ ਵਿਸ਼ਾ ਨਹੀਂ ਬਣਾ ਸਕਦੇ। ਕਿਸੇ ਲੜਾਈ ਤਾਂ ਜੀ ਕਿਸਾਨ ਅੰਦੋਲਨ ਦੀ ਲੜ ਰਹੇ ਹਾਂ। ਫਿਰ ਲੋੜ ਸੀ ਇਹ ਸਭ ਕੁਝ ਕਰਨ ਦੀ ਉਸ ਦਿਨ? ਕੀ ਇਹ ਕਰਨ ਦੀ ਲੋੜ ਸੀ? ਉੱਥੇ ਜੋ ਕੁਝ ਕੀਤਾ ਗਿਆ ਲਾਲ ਕਿਲੇ ਤੇ ਕਰਨ ਦੀ ਲੋੜ ਸੀ ਜਿਨ੍ਹਾਂ ਨੇ ਕੀਤਾ? ਦੇਖੋ ਜੀ, ਇਹ ਗੱਲ ਬਿਲਕੁਲ ਕਲੀਅਰ ਆ ਵੀ ਅਸੀਂ ਉੱਥੇ ਇਸ ਕਰਕੇ ਅੰਦਰ ਗਏ ਹਾਂ। ਉੱਥੇ ਨੌਜਵਾਨ ਜਿਹੜੀ ਪੀੜ੍ਹੀ ਹੈ, ਉਦੋਂ ਗੋਲੀ ਚੱਲਦੀ ਥੜ ਥੜ। ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਗਏ, ਉੱਥੇ ਨਮਸਕਾਰ ਵਾਲੇ ਕੀਤੀ ਨਹੀਂ ਸੀ ਅਸੀਂ ਨੇ। ਸਾਨੂੰ ਉਹਨਾਂ ਨੇ ਕੋਲੇ ਸਾਨੂੰ ਕਹਿੰਦੇ, ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਲੀਡਰ ਕਿੱਥੇ ਨੇ? ਉਹ ਕਹਿੰਦੇ ਬਾਬਾ ਜੀ ਇੱਥੇ ਸਾਡਾ ਕੋਈ ਲੀਡਰ ਨਹੀਂ ਆਇਆ। ਤੇ ਸਾਨੂੰ ਇਹ ਵੀ ਜਿਹੜੇ ਨਿਸ਼ਾਨ ਚਲਾ ਕੇ ਉੱਥੋਂ ਗਏ ਨੇ, ਇਹ ਵੀ ਨਹੀਂ ਸਾਨੂੰ ਕੋਈ ਦਿਖੇ ਇਹਨਾਂ 'ਚੋਂ ਵੀ ਕੋਈ। ਜਿਹੜੇ ਜੈਕਾਰੇ ਲਾ ਰਹੇ ਸੀ ਉਹ ਵੀ ਕੋਈ ਨਹੀਂ ਦਿਸਿਆ ਉੱਥੋਂ ਸਾਨੂੰ।
ਠੀਕ ਆ ਨਾ। ਅਸੀਂ ਕਿਉਂ ਜਿਹੜੀ ਸਾਨੂੰ ਗੱਲ ਦਾ ਪਤਾ ਸੀ ਉਹੀ ਕਹਿਣੀ ਆ। ਇਹ ਸਾਨੂੰ ਕੋਈ ਨਹੀਂ ਵਿਖਿਆ। ਅਸੀਂ ਪਹਿਲਾਂ ਹੀ ਤਿੱਤਰ ਹੋ ਗਏ ਸਾਰੇ ਤਿੱਤਰ ਹੋ ਚੁੱਕੇ ਸੀ ਇਹ ਸਾਰੇ ਉੱਥੋਂ, ਭਾਵੇਂ ਲੀਡਰ ਨੇ। ਅਸੀਂ ਉੱਥੋਂ ਅੰਦਰ ਗਏ, ਅੰਦਰੋਂ ਅਫਸਰਾਂ ਨੂੰ ਮਿਲੇ ਆ, ਸਾਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਮੁੰਡਿਆਂ ਨੂੰ ਕਢਾ ਕੇ, ਮੁੰਡੇ ਗਵਾਹ ਵੀ ਨੇ ਸਾਡੇ ਕੋਲੇ ਰਹਿੰਦੇ ਆ, ਤੇ 2 ਮੁੰਡਿਆਂ ਦੇ ਗੋਲੀ ਵੱਜੀ ਹੋਈ ਸੀ। ਉਹ ਹਸਪਤਾਲ ਹੈ ਕੋਈ ਲਾਗੇ, ਅਸੀਂ ਉਹਦਾ ਵਿਸਰ ਗਿਆ, ਸਾਨੂੰ ਉਹ ਵੀ ਅਸੀਂ ਦੱਸ ਦਿਆਂਗੇ ਅਗਲੇ ਸਮੇਂ ਦੇ ਵਿੱਚ। ਉਸ ਹਸਪਤਾਲ ਦੇ ਵਿੱਚੋਂ ਮੁੰਡਿਆਂ ਨੂੰ ਦਾਖਲ ਵੀ ਕਰਵਾਇਆ। ਤੇ ਗੱਲ ਇਦਾਂ ਵੀ ਜੇ ਅਸੀਂ ਇਹ ਗੱਲ ਕਹਿਣੇ ਆ ਵੀ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਫਿਰ ਨਿਸ਼ਾਨ ਲਾ ਕੇ ਉੱਥੇ ਖੜਨਾ ਚਾਹੀਦਾ ਸੀ, ਫਿਰ ਭੱਜਣਾ ਨਹੀਂ ਚਾਹੀਦਾ। ਸਮੇਂ ਦੀ ਖੇਡ ਆ, ਚਲੋ ਸਮਾਂ ਜੋ ਪਿੱਛੇ ਬੀਤ ਗਿਆ ਉਹ ਬਸ ਇਹ ਛੱਡੋ। ਹੁਣ ਮੂਹਰੇ ਵਾਲਾ ਸਮਾਂ ਵੇਖੋ ਵੀ ਮੂਹਰੇ ਕੀ ਕਰਨਾ ਹੈ। ਅੱਜ ਤੁਸੀਂ ਇੱਕ ਪਾਰਟੀਆਂ ਦੇ ਬੇਸ ਤੇ ਲੜੋਗੇ। ਅਸੀਂ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਬਿਲਕੁਲ ਕਲੀਅਰ ਸੰਗਤ ਨੂੰ ਕਹਿਣਾ ਚਾਹੁੰਦੇ ਆ, ਕਿਸਾਨ ਦੀ ਲੜਾਈ ਲੜੋ, ਪਾਰਟੀਆਂ ਦੀ ਲੜਾਈ ਨਾ ਲੜੋ। ਪਾਰਟੀਆਂ ਤੋਂ ਦੂਰ ਹੋ ਕੇ 31 ਲੀਡਰ ਨੇ ਜਿਹੜੇ ਸਾਡੇ ਸੂਝਵਾਨ ਲੱਗੇ ਹੋਏ ਨੇ ਮੂਹਰੇ ਵੀ, ਉਹ ਵੀ ਨੇ, ਭਾਵੇਂ ਉਹ ਅਨੇਕਾਂ ਗਲਤ ਚੱਲ ਗਏ ਹੋਣਗੇ ਕਾਫੀ, ਉਹਨਾਂ ਨੇ ਸਾਨੂੰ ਵੀ ਬੜਾ ਗਲਤ ਕਿਹਾ। ਅਸੀਂ ਫਿਰ ਵੀ ਅੱਜ ਇਹ ਗੱਲ ਕਲੀਅਰ ਨਹੀਂ ਕਰਦੇ। ਕੋਈ ਗੱਲ ਨਹੀਂ, ਅਸੀਂ ਕਿਸਾਨ ਕਰਕੇ ਬੈਠੇ ਹਾਂ, ਉਸ ਦਾਤੇ ਕਰਕੇ, ਇੱਕ ਬਾਣੇ ਕਰਕੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨਿਹੰਗਾਂ ਸਿੰਘਾਂ ਨੂੰ ਬੜਾ ਪਿੰਡਿਆ ਜਾਂਦਾ ਸੀ ਵੀ ਇਹ ਸੁੱਖਾ ਪੀਂਦੇ ਆ, ਚੋਰੀਆਂ ਕਰਦੇ ਆ, ਇਹ ਬੱਕਰੇ ਖਾਂਦੇ ਆ, ਇਹ ਕੌਮ ਦਾ ਕੁਛ ਨਹੀਂ। ਇਹ ਤਾਂ ਪੁਰਾਤਨ ਚੱਲੇ ਆ ਰਿਹਾ। ਜਿਹੜੇ ਆ ਹੁਣ ਦਲ ਬਣਾਇਆ ਇਹਨਾਂ ਨੇ, ਸ਼੍ਰੋਮਣੀ ਦਲ, ਸ਼੍ਰੋਮਣੀ ਕਮੇਟੀ, ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਨਾਲ ਜੁੜ ਕੇ ਇਹਨਾਂ ਨੂੰ ਕੀ ਮਿਲਿਆ। ਤੇ ਅੱਜ ਪੰਥ ਤਾਂ ਉੱਥੇ ਬੈਠਾ, ਪੰਥ ਆਪਣਾ ਫਰਜ਼ ਪੂਰਾ ਕਰ ਰਿਹਾ ਜੋ ਮਹਾਰਾਜ ਨੇ ਸਾਜਾ ਹੀ, ਮਹਾਰਾਜ ਨੇ ਬਚਨ ਚ ਕਲੀਅਰ ਕਰੇ ਨੇ। ਪੰਥ ਚਲਿਆ ਜਗਤ ਵਿੱਚ ਜਬ ਤੁਮ ਹੋਏ ਸੁਹਾਈ, ਇਹ ਉਹਦਾ ਪਰਮੇਸ਼ਰ ਕਾਲ ਪੁਰਖ ਦਾ ਪੰਥ ਆ, 5 ਪਿਆਰਿਆਂ ਦਾ, 4 ਸਾਹਿਬਜ਼ਾਦਿਆਂ ਦਾ, 40 ਮੁਕਤਿਆਂ ਦਾ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਰੂਪ ਜੋਤ ਆ। ਆਦਿ ਦਰਬਾਰ, ਸਰਬਲੋਕ ਦਰਬਾਰ, 10ਵਾਂ ਦਰਬਾਰ, ਜਿਹੜਾ ਇਹਨਾਂ ਦੀ ਤਾਬਿਆ ਰਹੂਗਾ ਉਹਨੂੰ ਦੁਨੀਆ ਦੀ ਕੋਈ ਪਾਵਰ ਨਹੀਂ ਘੇਰ ਸਕਦੀ। ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਵੀ ਇਹ ਕਹਿੰਦੇ ਆ ਵੀ ਜੇ ਇਹਦੀ ਤਾਬਿਆ 'ਚ ਆ ਗਏ ਤਾਂ ਬਚ ਜਾਓਗੇ, ਨਹੀਂ ਮੂਹਰੇ ਤੁਹਾਡੇ ਮੌਤ ਖੜੀ ਹੈ। ਲੇਕਿਨ ਬਾਬਾ ਇੱਕ ਗੱਲ ਹੋਰ ਹੈ ਵੀ ਤੁਸੀਂ ਨਿਹੰਗ ਸਿੰਘ ਦੇ ਬਾਣੇ ਵਿੱਚ ਹੈਗੇ ਹੋ, ਤੁਸੀਂ ਮੋਹ ਮਾਇਆ ਨੂੰ ਛੱਡਿਆ ਹੋਇਆ, ਤਿਆਗਿਆ ਹੋਇਆ, ਤੁਸੀਂ ਉੱਥੇ ਪਹਿਰਾ ਵੀ ਦੇ ਰਹੇ ਹੋ, ਤੁਸੀਂ ਉੱਥੇ ਬੈਠੇ ਹੋਏ ਹੋ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋ, ਕਿਸਾਨਾਂ ਤੋਂ ਪਹਿਲਾਂ ਤੁਸੀਂ ਬੈਠੇ ਹੋ ਆਪਣੀਆਂ ਹੀਕਾਂ ਢਾਹ ਕੇ। ਤੁਹਾਨੂੰ ਕਦੇ ਸ਼ਹੀਦਾਂ ਦੇ ਪਹਿਰੇ ਆਏ ਰਾਤ ਨੂੰ? ਦੇਖੋ ਜੀ, ਇਹ ਜਿਹੜਾ ਦਲ ਪੰਥ ਹੈ ਨਾ, ਇਹ 96 ਕਰੋੜ ਸ਼ਹੀਦਾਂ ਸਿੰਘਾਂ ਦਾ ਪਹਿਰਾ ਇੱਥੇ ਦਲ ਪੰਥ 'ਚ ਰਹਿੰਦਾ। ਜਿਹੜਾ ਹੁਣ ਜੋ ਵੀ ਆਪਣੇ ਨਾਲ ਕਹਿ ਰਿਹਾ ਉਹ ਤਾਂ ਸ਼ਹੀਦ ਜਾਣਦੇ ਆ, ਪਰ ਜਿੱਥੇ ਜਿਹਦੀ ਸ਼ਰਨ 'ਚ ਅਸੀਂ ਰਹਿੰਦੇ ਆ, ਇੱਥੇ ਹਾਜ਼ਰ ਨਾਜ਼ਰ ਪਰਮੇਸ਼ਰ ਅਕਾਲ ਪੁਰਖ, ਕਿਉਂ ਆਦਿ ਦਰਬਾਰ ਸਾਡੇ ਲਈ ਹਾਜ਼ਰ ਹੈ, 10ਵਾਂ ਦਰਬਾਰ ਸਾਡੇ ਲਈ ਹਾਜ਼ਰ ਹੈ, ਸਰਬਲੋਕ ਦਰਬਾਰ ਸਾਡੇ ਲਈ ਹਾਜ਼ਰ ਹੈ। ਉਹ ਗੁਰੂ ਦੇ ਰਾਖੇ ਹਾਜ਼ਰ ਨੇ, ਗੁਰੂ ਦੇ ਧੌਂਸੇ ਨਗਾਰੇ ਹਾਜ਼ਰ ਨੇ, ਗੁਰੂ ਦੇ ਗ੍ਰੰਥੀ ਸਿੰਘ ਹਾਜ਼ਰ ਨੇ, ਲਾਂਗਰੀ ਸਿੰਘ ਹਾਜ਼ਰ ਨੇ। ਦੋਹੇ ਟਾਈਮ ਮਹਾਰਾਜ ਜੀ ਨੂੰ ਸਰਬਲੋਕ ਦੇ ਬਰਤਨਾਂ ਦੇ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਨੂੰ ਹਾਜ਼ਰ ਨਜ਼ਰ ਸਮਝ ਕੇ ਭੋਗ ਲਵਾਈਦਾ। ਸਾਡੇ ਲਈ ਤਾਂ ਹਾਜ਼ਰ ਨੇ, ਪਰ ਸਾਨੂੰ ਦੂਸਰੇ ਦਾ ਨਹੀਂ ਪਤਾ। ਜੇ ਅਸੀਂ ਇਹੀ ਗੱਲ ਹੁਣ ਬਿਲਕੁਲ ਸੰਗਤ ਨੂੰ ਕਲੀਅਰ ਕਰਨਾ ਚਾਹੁੰਦੇ, ਦੇਖੋ ਸੱਚਾਈ ਸਾਨੂੰ ਕਹਿਣੀ ਪੈਣੀ ਆ। ਜੇ ਸ਼ਹੀਦਾਂ ਦੇ ਪਹਿਰੇ ਹੁੰਦੇ ਤਾਂ ਫਿਰ ਲਾਲ ਕਿਲ੍ਹੇ ਕਿਉਂ ਭੱਜੇ ਸੀ? ਉੱਥੇ ਖੜ ਜਾਂਦੇ, ਠੀਕ ਹੈ ਨਾ ਭਾਈ, ਉੱਥੇ ਖੜਦੇ ਫਿਰ, ਠੀਕ ਹੈ ਨਾ। ਜਿਵੇਂ ਅਸੀਂ ਗਏ ਆ ਲੈ ਕੇ ਸਤਿਗੁਰ ਗਿਆ, ਕੱਲ ਨੂੰ ਫੇਰ ਇਹਨਾਂ ਨੇ ਕਹਿਣਾ ਵੀ ਅਮਨ ਹੁਣੀ ਇਹ ਗੱਲ ਕਹਿੰਦੇ ਆ ਬਾਬੇ ਆ ਗੱਲ, ਅਸੀਂ ਨਹੀਂ ਗਏ। ਸਾਨੂੰ ਤਾਂ ਉਹ ਸਤਿਗੁਰਾਂ ਦੀ ਕਿਰਪਾ, ਸਾਡੇ ਦਾਦਾ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਉਹਨਾਂ ਦਾ ਅਪਾਰ ਗੀਠਾ ਉੱਥੇ ਸੀਸ ਆਨੰਦਪੁਰ ਹੈ, ਧੜ ਉੱਥੇ ਆ। ਅਸੀਂ ਤਾਂ ਉਹਨਾਂ ਦੀ ਸ਼ਰਨ ਦੀ ਤਾਬਿਆ ਦੇ ਵਿੱਚ ਭਾਈ, ਉਹਨਾਂ ਦਾ ਪੰਥ, ਉਹਨਾਂ ਦੀ ਪਵਨ ਹਜ਼ੂਰੀ 'ਚ ਬੇਨਤੀ ਅਰਦਾਸ ਕਰਨ ਗਏ ਸੀ। ਹੁਣ ਜਿਨ੍ਹਾਂ ਨੂੰ ਸ਼ਹੀਦਾਂ ਦੇ ਪਹਿਰੇ ਹੁੰਦੇ ਆ, ਫਿਰ ਉਹ ਲਾਲ ਕਿਲ੍ਹੇ ਵਾਂਗੂ ਭੱਜਦੇ ਆ ਨਿਸ਼ਾਨ ਚਲਾ ਕੇ, ਉਹਨਾਂ ਨੂੰ ਆਉਣਾ ਚਾਹੀਦਾ ਮੈਦਾਨ ਦੇ ਵਿੱਚ। ਜੇ ਇਹ ਗੱਲ ਆਪਾਂ ਹੁਣ ਪੰਥ ਤੇ ਆ ਕੇ ਸਥਿਤੀ ਕੀ, ਸੱਚ ਸਾਨੂੰ ਬਾਣੀ ਬਿਲਕੁਲ ਕਲੀਅਰ ਕਹਿ ਰਹੀ ਹੈ ਵੀ ਜੇ ਚਲਾਇਆ ਸੀ ਫਿਰ ਉੱਥੇ ਬੈਠਣਾ ਸੀ 26 ਤਰੀਕ ਨੂੰ। ਜੇ ਲੱਖ ਰੁਪਇਆ ਨਾਮ ਰੱਖਿਆ ਸੀ ਨਾ ਤਾਂ ਤੰਬੂ 'ਚ ਬੈਠਣਾ ਸੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ, ਭਾਵੇਂ ਉਹ ਕਿਸਾਨ ਯੂਨੀਅਨ ਦੇ ਲੀਡਰਾਂ ਤੇ ਕੋਈ ਵੀ ਕਾਰਵਾਈ ਹੋਣੀ, ਭਾਵੇਂ ਕੋਈ ਵੀ ਨੌਜਵਾਨ ਜਿਹੜੇ ਜੁੜੇ ਹੋਏ ਨੇ। ਅੱਜ ਦੇਖੋ ਉਹ ਮੁੰਡਾ ਦੀਪ ਸਿੱਧੂ ਹੈ, ਠੀਕ ਆ, ਉਹ ਸਾਡੇ ਕੋਲੇ ਆਉਂਦਾ ਜਾਂਦਾ ਸੀ, ਠੀਕ ਹੈ ਨਾ। ਅਸੀਂ ਉਹਨੂੰ ਵੀ ਬੜਾ ਕਿਹਾ ਸੀ, ਹੁੰਦਾ ਹੁਕਮ ਦੀ ਖੇਡ ਹੈ, ਪਰ ਇਹਨਾਂ ਧਿਆਨ ਰੱਖਿਓ ਵੀ ਹਰ ਇਹ ਜਿਹੜਾ ਗੱਲ ਕੁਰਸੀ ਤੇ ਆ ਰਹੀ ਆ, ਹੁਣ ਗੱਲ ਜਦੋਂ ਕੁਰਸੀ ਤੇ ਆ ਜੇ ਨਾ, ਸਾਰਿਆਂ ਨੂੰ ਉਹ ਹੈ ਇੱਕ, ਸਾਰੇ ਇੱਕ ਚਿਹਰਾ ਬਣੇ ਹੋਏ ਨੇ, ਭਾਵੇਂ ਉਹ ਲੱਖਾ ਸਿਧਾਣਾ ਹੈ, ਭਾਵੇਂ ਉਹ ਦੀਪ ਸਿੱਧੂ ਆ, ਭਾਵੇਂ ਉਹ 31 ਲੀਡਰ ਨੇ। ਅਸੀਂ ਇਹਨਾਂ ਨੂੰ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਉੱਥੇ ਆਉਣਾ ਸੀ, ਤੁਹਾਡਾ ਵਜੂਦ ਬਣਦਾ ਸੀ। ਫਿਰ ਕੀ ਲੱਖ ਕੀ 2 ਲੱਖ, ਜਦੋਂ ਕਿਸੇ ਦੀ ਮਦਦ ਲਈ, ਇੱਕ ਪਾਸੇ ਤਾਂ ਆਪਾਂ ਇਹ ਗੱਲ ਕਲੀਅਰ ਕਰਦੇ ਹਾਂ ਵੀ ਅਸੀਂ ਕਿਸਾਨਾਂ ਦੀ ਮਦਦ ਲਈ ਉਤਰੇ ਹਾਂ, ਫਿਰ ਮਦਦ ਦੇ ਵਿੱਚ ਸ਼ਹੀਦੀਆਂ ਵੀ ਹੋ ਜਾਂਦੀਆਂ ਹੁੰਦੀਆਂ ਨੇ। ਜੇ ਅਸੀਂ ਇਹ ਪੂਰੇ ਵਰਲਡ 'ਚ ਇਹ ਕਲੀਅਰ ਗੱਲ ਕਹਿ ਰਹੇ ਹਾਂ ਵੀ ਸਾਨੂੰ ਸ਼ਹੀਦਾਂ ਸਿੰਘਾਂ ਦੇ ਪਹਿਰੇ ਹੁੰਦੇ ਨੇ, ਫਿਰ ਭਾਈ ਤੁਸੀਂ ਭੱਜੇ ਕਿਉਂ? ਫਿਰ ਲਾਲ ਕਿਲ੍ਹੇ ਖੜਦੇ, ਲਾਲ ਕਿਲ੍ਹੇੋਂ ਆ ਗਏ ਸੀ ਤੇ ਤੰਬੂਆਂ 'ਚ ਆ ਕੇ ਬਹਿੰਦੇ, ਫਿਰ ਉੱਥੋਂ ਭੱਜਦੇ ਨਾ। ਜਿੱਦਾਂ ਹੁਣ ਪਿੰਡਾਂ ਕਹਿੰਦੇ 20-25 ਬੰਦੇ ਪਿੱਛੇ ਪੈ ਗਏ ਸੀ ਨਾ, ਤਾਂ ਕਰਕੇ ਭੱਜਣਾ ਪੈ ਗਿਆ। ਦੇਖੋ ਜੀ, ਇਹ ਗੱਲ ਨਹੀਂ ਹੁੰਦੀ 20 ਪੈ ਗਏ 25 ਪੈ ਗਏ, ਚਲੋ ਉਹਨਾਂ ਦੀ ਕੋਈ ਆਪਣੀ ਨਿੱਜੀ ਹੋ ਗਈ, ਇਹ ਅਸੀਂ ਨਹੀਂ ਕਹਿ ਸਕਦੇ, ਪਰ ਅਸੀਂ ਇਹਨਾਂ ਗੱਲ ਕਲੀਅਰ ਕਹਿੰਦੇ ਹਾਂ ਜੋ ਬਾਣੀ ਬਿਲਕੁਲ ਕਲੀਅਰ ਕਹਿ ਰਹੀ ਹੈ। ਇਹ ਸਮਾਂ ਜਿਹੜਾ ਇਹਨਾਂ ਦਾ ਹੋਣਾ, ਇਹ ਪਿੰਡਾਂ ਦੇ ਵਿੱਚ ਹੁਣ ਰੈਲੀਆਂ ਤੇ ਚੱਲ ਪਏ ਸਾਰੇ। ਕਿਸਾਨ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈਗੀ। 6 ਮਹੀਨਿਆਂ ਤੋਂ ਠਾਕੁਰ ਜੀ ਕਿਸਾਨ ਦੀ ਤਾਂ ਕੋਈ ਗੱਲ ਨਹੀਂ ਹੋਈ। ਕੋਈ ਪਾਰਲੀਮੈਂਟ ਨੂੰ ਘੇਰ ਨੂੰ ਫਿਰਦਾ ਹੈ, ਕੋਈ ਕਿੱਧਰ ਨੂੰ ਹੋਣ ਨੂੰ ਫਿਰਦਾ ਹੈ, ਪਰ ਇੰਨਾ ਧਿਆਨ ਰੱਖਿਓ ਵੀ ਕਿਸਾਨ ਇੱਕ ਸੱਚ ਦੀ ਜੋਤ ਹੈ, ਉਹ ਸੱਚ ਲਈ ਬੈਠਾ ਹੈ,
ਉਹਦੀ ਗੱਲ ਨਹੀਂ ਹੋ ਰਹੀ। ਇਸ ਟਾਈਮ ਪਾਰਟੀਆਂ ਦੀ ਗੱਲ ਚੱਲ ਰਹੀ ਆ, ਪਰ ਅਸੀਂ ਪਿੰਡਾਂ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਵੀ ਪਾਰਟੀਆਂ ਤੋਂ ਦੂਰ ਹੋ ਕੇ ਜਿੰਨੇ ਵੀ ਭਾਵੇਂ ਨੌਜਵਾਨ ਨੇ ਇਹਨਾਂ ਨੂੰ ਕਹਾਂ ਵੀ ਭਾਈ ਉੱਥੇ ਬੈਠੋ, ਸਿੰਘੂ ਬਾਰਡਰ ਤੇ ਮੋਰਚਾ ਲਾ ਕੇ ਬੈਠਣ, ਪਿੰਡਾਂ 'ਚ ਰੈਲੀਆਂ ਨਾ ਕਰਨ। ਰੈਲੀਆਂ ਨਾਲ ਫਿਰ ਇਹ ਉਹਦਾ ਇੱਕ ਹੋਰ ਵੱਡਾ ਮੁੱਦਾ ਬਣਾ ਲੈਂਦੇ ਆ। ਅਸੀਂ ਉਹਨਾਂ ਨੂੰ ਜਾਗਰੂਕ ਕਰਦੇ ਆ, ਹਲੇ ਜਾਗਰੂਕ ਹੀ ਨਹੀਂ ਹੋਇਆ, 6 ਮਹੀਨੇ ਹੋ ਗਏ ਅੰਦੋਲਨ ਹੁੰਦੇ ਨੂੰ, ਹਲੇ ਬਲਡ ਸਮਝ ਨਹੀਂ ਲੱਗ ਰਹੀ ਸਾਨੂੰ ਲੋਕ ਗੱਲਾਂ ਕਿੱਦਾਂ ਦੀਆਂ ਕਰਦੇ ਆ। ਹੁਣ ਬਾਬਾ ਜੀ ਵੋਟਾਂ ਲਈ ਜਾਗਰੂਕ ਕਰ ਰਹੇ ਹੋਣੇ ਹੋ ਨਾ ਵੀ ਅੱਗੇ ਵੋਟਾਂ ਵੀ ਆਣੀਆਂ, ਤੁਸੀਂ ਸ਼ਕਲਾਂ ਯਾਦ ਕਰ ਲਓ ਸਾਡੀਆਂ। ਇਹ ਬਿਲਕੁਲ ਗੱਲ ਸੱਚਾਈ ਹੈ ਠਾਕੁਰ ਜੀ, ਇਹ ਗੱਲ ਬਿਲਕੁਲ ਸੱਚਾਈ ਹੈ। ਦੇਖੋ 6 ਮਹੀਨੇ ਤੋਂ ਅੰਦੋਲਨ ਚੱਲ ਰਿਹਾ, ਸਾਰਿਆਂ ਨੂੰ ਪਤਾ ਵੀ ਦਿੱਲੀ ਦੀ ਧਰਤੀ ਤੇ ਚੱਲ ਰਿਹਾ, ਤੇ ਅਸੀਂ ਪੰਜਾਬ 'ਚ ਰੈਲੀਆਂ ਕਰਦੇ ਫਿਰਦੇ। ਇਹ ਪੂਰੀ ਦੁਨੀਆ ਜਾਗੀ, ਹਲੇ ਪਿੰਡਾਂ ਨੇ ਜਾਗੀ ਨਹੀਂ। ਦੇਖੋ ਇਹ ਪਤਾ ਕੀ ਗੱਲ ਹੈ, ਜਦੋਂ ਨਾ ਮਹਾਰਾਜ ਕਹਿੰਦੇ ਆ ਵੀ ਰਾਜ ਕਮਾਉਂਦੇ ਜਨਤਾ ਗਿਆਨ ਵਿਨੰਦੀ, ਉਹ ਕੰਮ ਹੋਇਆ ਹੁਣ ਬਿਲਕੁਲ ਹੀ। ਅਸੀਂ ਇਹ ਗੱਲ ਕਹਿ ਨਹੀਂ ਸਕਦੇ। ਹੁਣ ਆਪਾਂ ਪਿੱਛੋਂ ਚੱਕ ਲਓ, ਬਾਦਲ ਕੇ ਲਾਣੇ ਨੂੰ ਚੱਕ ਲਓ, ਹੁਣ 100 ਸਾਲ ਤੋਂ ਆ ਜਾਓ, 100 ਸਾਲ ਤੋਂ ਲਾ ਲਓ, 100 ਸਾਲ ਦੇ ਵਿੱਚ ਸਾਰੇ ਆ ਗਏ ਜਿੰਨੀ ਕੋਈ ਵੀ ਹੈ, ਕੋਈ ਵੀ ਦਲ ਪੰਥਾ, ਕੋਈ ਵੀ ਜਥੇਬੰਦੀਆਂ ਸਾਰੀਆਂ ਆ ਗਈਆਂ। ਉਦੋਂ ਪਿੱਛੇ ਚੱਕ ਲਓ ਵੀ ਬਾਦਲ ਕਿਆ ਕੋਲੇ ਮੈਨੂੰ ਲੱਗਦਾ 20 ਤੋਂ 40 ਕਿੱਲੇ ਵੀ ਨਹੀਂ ਹੋਣੇ। ਗੱਲ ਗੁਰੂ ਦੀ ਗੋਲਖ ਦਾ ਹੈ। ਉਹ ਭਾਵੇਂ ਹੁਣ ਕੋਈ ਦਲ ਬਣਾ ਕੇ ਲੁੱਟ ਲੇ, ਠੀਕ ਹੈ, ਭਾਵੇਂ ਸ਼੍ਰੋਮਣੀ ਦਲ ਬਣਾ ਲੇ, ਭਾਵੇਂ ਸ਼੍ਰੋਮਣੀ ਕਮੇਟੀ ਬਣਾ ਲੇ, ਗੱਲ ਤਾਂ ਪੈਸੇ ਦੀ ਗੱਲ ਹੈ। ਮਤਲਬ ਗੁਰੂ ਦੀ ਜਾਂ ਧਰਮ ਦੀ ਗੱਲ ਨਹੀਂ, ਇਹ ਮਸਲਾ ਸਾਰਾ ਗੋਲਖ ਦਾ ਹੈ। ਗੋਲਖ ਦਾ ਜੀ, ਬਿਲਕੁਲ ਗੋਲਖ ਦਾ। ਗੋਲਖ ਦੇਖੋ ਅੱਜ ਮੰਤਰੀਆਂ ਸੰਤਰੀਆਂ ਨੂੰ ਗੋਲਖ ਕੰਮ ਦੇ ਰਹੀ ਹੈ, ਪੈਸਾ। ਜੇ ਧਰਮ ਹੁੰਦਾ ਠਾਕੁਰ ਜੀ ਫਿਰ ਅੱਜ ਇਹ ਇੱਥੇ ਨਾ ਹੁੰਦੇ, ਅੱਜ ਕਿਸਾਨ ਦੇ ਚਿਹਰੇ ਤੇ ਬਿਲਕੁਲ ਫਰੰਟ ਉਤਰੇ ਹੁੰਦੇ। ਜਥੇਦਾਰ ਇਹ ਗੱਲ ਬਿਲਕੁਲ ਕਲੀਅਰ ਕਰਦਾ ਹੈ, ਧਰਮ ਕਿਸੇ ਦੀ ਨਿੰਦਿਆ ਨਹੀਂ ਕਰ ਸਕਦਾ, ਧਰਮ ਕਿਸੇ ਦੀ ਗਰਦਨ ਨਹੀਂ ਵੱਢ ਸਕਦਾ। ਤੁਸੀਂ ਕਹਿ ਰਹੇ ਹੋ ਧਰਮ ਨਿੰਦਿਆ ਨਹੀਂ ਕਰ ਸਕਦਾ। ਅੱਜ ਨਵਾਂ ਠੇਕੇਦਾਰ ਧਰਮ ਦਾ ਆਇਆ ਹੈ, ਉਹ ਤਾਂ ਜਦ ਦੇਖੋ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ ਉਹਨਾਂ ਨੂੰ ਨਿੰਦਦਾ ਹੀ ਰਹਿੰਦਾ ਹੈ। ਨਵਾਂ ਠੇਕੇਦਾਰ ਆਇਆ ਇੱਕ ਧਰਮ ਦਾ, ਉਹ ਕਹਿੰਦਾ ਮੇਰੇ ਤੋਂ ਤਾਂ ਜ਼ਿਆਦਾ ਪਿਆਰ ਕਿਸੇ ਨੂੰ ਪੰਥ ਨਾਲ ਹੈ ਹੀ ਨਹੀਂ। ਦੇਖੋ ਜੀ, ਇਹ ਤਾਂ ਇੱਟ ਚੱਕੀ ਤੋਂ ਠੇਕੇਦਾਰ ਨਿਕਲਣੇ ਆ। ਬੜਾ ਕੁਛ ਇੱਥੇ ਹੈਗਾ, ਇਸ ਕਰਕੇ ਵੀ ਸਾਨੂੰ ਪਰਮੇਸ਼ਰ ਦੇ ਹੁਕਮ 'ਚ ਰਹਿਣਾ ਚਾਹੀਦਾ। ਜੋ ਬਾਣੀ ਕਹਿ ਰਹੀ ਆ ਉਸ ਦੇ ਪੂਰਨਿਆਂ 'ਤੇ ਚੱਲਣਾ ਚਾਹੀਦਾ, ਕਿਉਂ ਜਿਹੜੀ ਇਨਸਾਨ ਦੀ ਮੱਤ ਆ ਨਾ, ਇਹ ਬਹੁਤ ਛੋਟੀ ਚੀਜ਼ ਹੈ। ਜਿਹੜੀ ਪਰਮੇਸ਼ਰ ਅਕਾਲ ਪੁਰਖ ਦੀ ਸੋਝੀ ਆ, ਜੇ ਅਸੀਂ ਉਹ ਪੜਾਂਗੇ, ਜਿਵੇਂ ਹੁਣ ਚੰਗੇ ਸਾਡੇ ਬਹੁਤ ਵਿਦਵਾਨ ਬਾਪੂ ਧਰਮ ਸਿੰਘ ਜੀ ਨੇ, ਅਸੀਂ ਇਹ ਗੱਲ ਬਿਲਕੁਲ ਵਰਲਡ ਨੂੰ ਕਲੀਅਰ ਕਰਦੇ ਹਾਂ ਵੀ ਜੇ 100 ਸਾਲ ਤੋਂ ਲੈ ਕੇ ਜਿੰਨੇ ਇਤਿਹਾਸਕਾਰ ਬੈਠੇ ਆ, ਇਹ ਠੀਕ ਆ, ਸ਼੍ਰੋਮਣੀ ਕਮੇਟੀ ਵਾਲੇ ਆ ਜਾਂ ਕੋਈ ਵੱਡੇ ਹੋਰ ਪ੍ਰਚਾਰ ਨੇ ਜਿਹੜੇ ਕਹਿੰਦੇ ਆ ਵੀ ਜੇ ਅਸੀਂ ਨਾ ਹੋਈਏ ਤਾਂ ਧਰਮ ਨਹੀਂ ਚੱਲਣਾ, ਤਾਂ ਇਹਨਾਂ ਦਾ ਪਲਟਾ ਮਾਰ ਸਕਦੇ ਆ। ਉਹ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਧਰਮ ਤੇ ਇਹ ਤਾਂ ਚੋਰ ਵੱਜਣੇ ਆ ਜੇ ਬਾਣੀ ਤੇ ਆ ਕੇ ਗੱਲ ਨਿਬੜ ਜੇ ਤੇ ਧਰਮ ਤੇ ਨਿਬੜ ਜੇ। ਧਰਮ ਕਮਾਉਣਾ ਹੈ, ਧਰਮ ਸੱਚ ਦਾ ਹੈ, ਧਰਮ ਬੇਈਮਾਨੇ ਗੋਲਖਾਂ ਦਾ ਨਹੀਂ ਹੈਗਾ, ਧਰਮ ਜਾਇਜ਼ਾਤਾਂ ਦਾ ਨਹੀਂ ਹੈਗਾ, ਧਰਮ ਤੇਗਾ ਮਾਰਨ ਦਾ ਨਹੀਂ ਹੈਗਾ। ਤੇਗਾ ਉਦੋਂ ਮਾਰਨੀਆਂ ਜਦੋਂ ਹੱਕ ਤੇ ਸੱਚ ਦੀ ਲੜਾਈ ਹੈ। ਜੇ ਚਮਕੌਰ ਸਾਹਿਬ 'ਚ ਤੇਗਾਂ ਚੱਲੀਆਂ ਨੇ ਨਾ, ਜਿਹੜੀ ਧਰਤੀ ਤੇ ਅੱਜ ਅਸੀਂ ਖੜੇ ਹਾਂ ਸੱਚਖੰਡ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ, ਉਹ ਤੇਗਾਂ ਜਦ ਚੱਲੀਆਂ ਨੇ ਜਦੋਂ ਜ਼ੁਲਮਾਂ ਨੇ ਹਿੰਦੂਆਂ ਤੇ ਅਤਿਆਚਾਰ ਕੀਤਾ। ਧਰਮ ਦੀ ਲੜਾਈ ਉਹ ਹੁੰਦੀ ਹੈ। ਅੱਜ ਅਸੀਂ ਜ਼ਮੀਨ ਪਿੱਛੇ ਥੋੜਾ ਸੀਸ ਦੇ ਸਕਦੇ ਹਾਂ, ਸੱਚਾਈ ਪਿੱਛੇ ਦੇ ਸਕਦੇ ਹਾਂ, ਉਹ ਗੁਰੂ ਦੀ ਮਰਜ਼ੀ ਹੈ। ਕਿਉਂ ਅਸੀਂ ਹਮੇਸ਼ਾ ਪਰਮੇਸ਼ਰ ਅਕਾਲ ਪੁਰਖ ਜੀ ਦੇ ਚਰਨਾਂ 'ਚ ਹੀ ਬੇਨਤੀ ਕਰਦੇ ਹਾਂ ਵੀ ਮਹਾਰਾਜ ਜੀ, ਇਹ ਜਿਹੜਾ ਸੀਸ ਹੈ ਇਹ ਤੁਹਾਡੀ ਅਮਾਨਤ, ਤੁਹਾਡੇ ਚਰਨਾਂ 'ਚ ਸਮਰੱਥ ਹੈ, ਇਹ ਤੁਸੀਂ ਵੇਖਣਾ ਵੀ ਹੁਣ ਕਿੱਥੇ ਲਾਉਣਾ। ਇਸ ਕਰਕੇ ਸਾਡਾ ਜਿਹੜਾ ਕਿਸਾਨ ਅੰਦੋਲਨ ਦਾ, ਅਸੀਂ ਹੱਕ ਸੱਚ ਲਈ ਖੜੇ ਹਾਂ, ਨਾ ਸਾਡਾ ਕੋਈ ਸਾਨੂੰ ਨਿੰਦੀ ਜਾਵੇ, ਸਾਡਾ ਨਿੰਦ ਕੇ ਕੀ ਲੈ। ਤੁਸੀਂ ਇੱਕ ਬੜੀ ਚੰਗੀ ਗੱਲ ਕਹੀ ਹੈ ਵੀ ਜਿਹੜਾ ਇਹ ਧਰਮ ਜਾਂ ਜਿਹੜੀ ਇਹ ਸਿੱਖ ਜਿਹੜੀ ਫੌਜ ਬਣਾਈ ਸੀ ਗੁਰੂ ਸਾਹਿਬ ਨੇ, ਉਹ ਹਿੰਦੂਆਂ ਤੇ ਅਤਿਆਚਾਰ ਹੁੰਦਾ ਸੀ ਤਾਂ ਬਣਾਈ ਸੀ, ਅਤਿਆਚਾਰ ਕਰਨ ਵਾਲੇ ਸੀ ਮੁਸਲਮਾਨ। ਤੇ ਅੱਜ ਜਿਹੜੀ ਇਸ ਚੀਜ਼ ਨੂੰ ਕਿਸੇ ਹੋਰ ਤਰ੍ਹਾਂ ਨਾਲ ਪੇਸ਼ ਕਿਉਂ ਕੀਤਾ ਜਾ ਰਿਹਾ ਹੈ? ਇੱਕ ਬਹੁਤ ਵੱਡੀ ਧਾਰਮਿਕ ਰੰਗਤ ਤੁਸੀਂ ਕਹਿ ਲਓ ਜਾਂ ਵੱਖਰੇਵੇਂ ਦੇ ਨਾਲ ਇਸ ਨੂੰ ਪੇਸ਼ ਕੀਤਾ ਜਾਂਦਾ ਹੈ। ਦੇਖੋ ਜੀ, ਨਾ ਜਿਹੜੀ ਇਹ ਪਿੱਛੋਂ ਸ਼੍ਰੋਮਣੀ ਕਮੇਟੀ ਚੱਲੀ ਆ ਰਹੀ ਹੈ, ਇਹ ਜਿੰਨੇ ਇਹਨਾਂ ਦੇ ਅੰਡਰ ਗੁਰਦੁਆਰੇ ਨੇ ਇਹ ਪੱਟੇ ਤੇ ਸੀ ਸਾਰੇ ਕਰੀਬਨ, ਹੁਣ ਪਿੱਛੋਂ ਚੱਲੇ ਆਉਂਦੇ ਆ ਬਾਬਾ ਬਨੋਦ ਸਿੰਘ ਜੀ ਤੋਂ ਚੱਲੀ ਆਉਂਦੇ ਆ ਇਹ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜਾਲੀ ਦਲ ਬਣਾ ਲਏ ਸਾਰਿਆਂ ਨੇ, ਆਪਣੀ ਆਪਾਂ ਸੱਚਾਈ ਤੇ ਨਹੀਂ ਚੱਲੇ, ਧਰਮ ਦੇ ਤੇ ਨਹੀਂ ਚੱਲੇ। ਧਰਮ ਦਾ ਨਾਂ ਜ਼ਰੂਰ ਹੈ ਪਰ ਧਰਮ ਤੇ ਨਹੀਂ ਚੱਲੇ। ਜੇ ਅਸੀਂ ਧਰਮ ਤੇ ਚੱਲੇ ਹੁੰਦੇ, ਆਉਣ ਵਾਲਾ ਸਮਾਂ ਪੁੱਛੂਗਾ ਸਾਨੂੰ ਆਉਣ ਵਾਲੀ ਪੀੜ੍ਹੀ ਵੀ ਪੁੱਛੂਗਾ। ਪਿਛਲੇ 100 ਸਾਲ ਤੋਂ ਦੇਖੋ, ਅੱਜ ਜੇ ਅਸੀਂ ਧਰਮ ਤੇ ਚੱਲੇ ਹੁੰਦੇ ਤਾਂ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, 4 ਤੋਂ 5 ਸਾਲ ਦੀ ਕੁੜੀ ਨਾਲ ਬਲਾਤਕਾਰ ਹੋ ਗਿਆ, ਕਿਸਾਨ ਸੜਕਾਂ ਤੇ ਰੁਲ ਗਿਆ। ਤੇ ਵੀ ਐਸਾ ਕਿਹੜਾ ਧਰਮ ਹੈ ਜਿਹੜਾ ਹੁਣ ਤੱਕ ਉਹਨੂੰ ਜਾਗ ਹੀ ਨਹੀਂ ਆਈ? ਮਹਾਰਾਜ ਤਾਂ ਬਾਣੀ 'ਚ ਕਲੀਅਰ ਕਹਿ ਰਹੇ ਨੇ, ਜੋ ਲੜੇ ਦੀਨ ਕੇ ਹੇਠ ਸੂਰਾ ਹੋਈ, ਸੂਰਾ ਉਹ ਪੂਰਾ ਉੱਥੇ ਆ ਕੇ ਲੜੂਗਾ। ਉਹ ਅਤਿਆਚਾਰ ਹੋ ਰਿਹਾ, ਅਤਿਆਚਾਰ ਨੂੰ ਡੱਕਣ ਵਾਸਤੇ ਸਾਨੂੰ ਜਾਣਾ ਪਊਗਾ। ਜੇ ਅਸੀਂ ਧਰਮ ਆਪਣੇ ਆਪ ਨੂੰ ਕਹਿੰਦੇ ਹਾਂ ਵੀ ਅਸੀਂ ਉਸ ਸਤਿਗੁਰਾਂ ਦਾ ਬਾਣਾ ਪਾਇਆ, ਤਾਂ ਉਹਦਾ ਜਿਹੜਾ ਸਾਨੂੰ ਉਹਨਾਂ ਨੇ ਦਿੱਤਾ ਨਾ ਉਪਦੇਸ਼, 15 ਚੂਲੇ ਦਿੱਤੇ ਸਾਨੂੰ, 5 ਨੇਤਰਾਂ 'ਚ ਮਾਰੇ, 5 ਕੇਸਾਂ 'ਚ, 5 ਸਾਨੂੰ ਛਕਾਏ। ਤੇ ਸਾਨੂੰ ਜੇ 15 ਚੂਲੇ ਲੈ ਕੇ ਵੀ ਨਾ ਸੋਝੀ ਆਈ ਨਾ, ਤਾਂ ਇਹ ਵੇਖ ਲਓ ਵੀ ਆਉਣ ਵਾਲਾ ਸਮਾਂ ਆਪਾਂ ਨੂੰ ਕੀ ਕਹੂਗਾ। ਬਾਬਾ ਜੀ, ਕੁਛ ਲੋਕ ਅਜਿਹੇ ਨੇ ਜੋ ਕਹਿੰਦੇ ਨੇ ਵੀ ਜਦ ਤੱਕ ਖਾਲਿਸਤਾਨ ਨਹੀਂ ਬਣਦਾ, ਸਾਨੂੰ ਆਪਣਾ ਨਹੀਂ ਮਿਲਦਾ,
ਉਦੋਂ ਤੱਕ ਸਿੱਖਾਂ ਦੀ ਗੱਲ ਨਹੀਂ ਹੋਣੀ, ਸਿੱਖਾਂ ਨੂੰ ਹੱਕ ਨਹੀਂ ਮਿਲਣਾ। ਦੇਖੋ ਜਿਹੜੇ ਖਾਲਿਸਤਾਨ ਦੀ ਗੱਲ ਆ ਨਾ, ਇਹ ਬਿਲਕੁਲ ਕਲੀਅਰ ਆ। ਅਸੀਂ ਬਾਣੀ ਤੇ ਦਾ ਆਦ ਤੋਂ ਜਗਾਤ ਤੱਕ ਖਾਲਸੇ ਦਾ ਰਾਜ ਹੈ, ਉੱਥੇ ਕਿਤੇ ਖਾਲਿਸਤਾਨ ਦਾ ਕੋਈ ਨਾਂ ਨਹੀਂ ਹੈਗਾ। ਠੀਕ ਆ, ਜੇ ਇਹ ਇੰਨਾ ਹੋ ਸਕਦਾ ਵੀ ਇਹ ਜਿਹੜੇ ਲੋਕ ਕਹਿ ਰਹੇ ਨੇ ਜਾਂ ਫਿਰ ਕਿਸੇ ਦੇ ਵੀ ਰੱਖਦੇ ਆ, ਉਹ ਆਪਣੀ ਸੋਝੀ ਜਿੰਨੀ ਸੋਝੀ ਹੈਗੀ ਹੈ ਸਾਰੇ ਗੱਲ ਕਰਦੇ ਆ ਆਪਣੀ ਆਪਣੀ। ਕੋਈ ਕੁਛ ਬਣਾਉਣ ਨੂੰ ਫਿਰਦਾ, ਕੋਈ ਕੁਛ ਬਣਾਉਣ ਨੂੰ। ਗੱਲ ਉਹੀ ਹੈ ਵੀ ਗੱਲ ਆ ਕੇ ਗੋਲਕ ਤੇ ਅੜ ਜਾਂਦੀ ਹੈ ਫਿਰ। ਗੋਲਕ ਤੇ ਆਉਣੀ ਆ ਜੀ, ਜਿੱਧਰੋਂ ਮਰਜ਼ੀ ਘੁਮਾ ਲਓ, ਹਮੇਸ਼ਾ ਬਾਂਦਰ ਨੇ ਵਿਚਾਲ ਹੀ ਨੱਚਣਾ, ਭੇਲੀ 'ਚ ਹੀ ਨੱਚਣਾ, ਉਹ ਕੰਮ ਹੋਇਆ ਹੋਇਆ। ਗੱਲ ਗੋਲਖ ਦੀ ਆਉਣੀ ਆ, ਭਾਵੇਂ ਸ਼੍ਰੋਮਣੀ ਆ ਜੇ, ਭਾਵੇਂ ਸ਼੍ਰੋਮਣੀ ਦਲ ਆ ਜੇ, ਕੋਈ ਵੀ ਆ ਜੇ। ਸ਼੍ਰੋਮਣੀ ਜਿਹੜਾ ਦਲ ਹੈ ਨਾ, ਸ਼੍ਰੋਮਣੀ ਕੀ ਚੀਜ਼ ਹੈ? ਸ਼੍ਰੋਮਣੀ ਗੁਰਦੁਆਰਿਆਂ 'ਚ ਤੇਗਾ ਨਹੀਂ ਚਲਾ ਸਕਦੀ, ਸ਼੍ਰੋਮਣੀ ਗੋਲਖ ਪਿੱਛੇ ਨਹੀਂ ਲੜ ਸਕਦਾ ਕੋਈ। ਸ਼੍ਰੋਮਣੀ ਬਾਬਾ ਫਤਿਹ ਸਿੰਘ ਜੀ ਨੇ ਜਿਹੜੇ ਨੀਹਾਂ 'ਚ ਖੜੇ ਨੇ ਸੱਚ ਤੇ ਹੱਕ ਦੀ ਲੜਾਈ ਲਈ, ਜ਼ੁਲਮ ਲਈ, ਉਹਨਾਂ ਨੇ ਇਹ ਨਹੀਂ ਮੰਨੀ। ਬਾਬਾ ਇੱਕ ਪਾਸੇ ਮੈਂ ਗਾਇਕਾਂ ਤੇ ਆਵਾਂਗਾ, ਤੁਸੀਂ ਜਾਣਦੇ ਹੋਵੋਗੇ ਜਸ ਬਾਜਵਾ, ਉਹ ਇੱਕ ਪਾਸੇ ਹੌਕਾ ਦੇ ਰਿਹਾ ਵੀ ਆਪਾਂ ਜਾ ਕੇ ਕਿਸਾਨੀ ਆਗੂਆਂ ਦੇ ਨਾਲ ਉੱਥੇ ਜੁੜੀਏ, ਮੋਰਚੇ ਵਿੱਚ ਹਿੱਸਾ ਪਾਈਏ ਦਿੱਲੀ ਦੇ ਵਿੱਚ ਦੁਬਾਰਾ। ਦੂਜੇ ਪਾਸੇ ਦੀਪ ਸਿੱਧੂ ਲਗਾਤਾਰ ਭੰਡੀ ਜਾ ਰਿਹਾ ਹੈ ਕਿਸਾਨ ਆਗੂਆਂ ਨੂੰ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਕਿਉਂਕਿ ਮੈਂ ਬਾਰ-ਬਾਰ ਕਹਿ ਰਿਹਾ ਤੁਸੀਂ ਗੁਰਬਾਣੀ ਦੇ ਲੜ ਲੱਗੇ ਹੋ, ਗੁਰਬਾਣੀ ਕੰਠ ਹੈ, ਤੇ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਦੇਖੋ ਨਾ, ਇਹ 'ਚ ਸਾਡਾ ਨੁਕਸਾਨ ਹੈ। ਜੇ ਦੀਪ ਸਿੱਧੂ ਵੀ ਆ, ਕੋਈ ਵੀ ਇਨਸਾਨ ਆ, ਉਹਨੂੰ ਨਾ ਇੱਕ ਗੱਲ ਬਿਲਕੁਲ ਕਲੀਅਰ ਯਾਦ ਰੱਖਣੀ ਚਾਹੀਦੀ ਆ ਵੀ ਉਹ ਜਿਹੜਾ ਮੁੱਦਾ ਕਿਸਾਨ ਦਾ ਹੈ, ਠੀਕ ਆ, ਕਿਸਾਨੀ ਅੰਦੋਲਨ ਹੈ, ਅਸੀਂ ਕੋਈ ਵੀ ਇੰਟਰਵਿਊ ਦੇਣਾ ਹੈ ਜਾਂ ਕੋਈ ਵੀ ਗੱਲ ਕਹਿਣੀ ਆ, ਉਹਦਾ ਜਿਹੜਾ ਸਿੱਟਾ ਨਾ ਉਹ ਕੋਈ ਨਜਾਇਜ਼ ਨਾ ਨਿਕਲ ਜੇ। ਕੱਲ ਨੂੰ ਸਾਡੇ ਜਿਹੜੇ ਲੀਡਰ ਨੇ ਉਹਨਾਂ ਤੇ ਕੋਈ ਫੈਕਟ ਨਾ ਆ ਜੇ। ਕਹਿਣ ਦਾ ਵੀ ਜੇ ਅਸੀਂ ਆਪਣੇ ਲੀਡਰਾਂ ਨੂੰ ਭੰਡੀ ਗਏ, ਉਹ ਅਸੀਂ ਉਹਨਾਂ ਨੂੰ ਬਹਿ ਕੇ ਸਮਝਾ ਸਕਦੇ ਹਾਂ ਗੱਲ। ਅਸੀਂ ਆਪਸ ਵਿੱਚ ਚੈਨਲਾਂ ਤੇ ਇੱਕ ਦੂਸਰੇ ਨਾਲ ਆਪਣੀ ਉਹ 'ਚ ਬਲਡ ਵੇਖੂਗਾ, ਉਹਦੇ 'ਚ ਇਹਨਾਂ ਦਾ ਜਿਹੜਾ ਪ੍ਰੈਸ਼ਰ ਉਹ ਘਟੂਗਾ, ਉਹ ਘਟੂਗਾ। ਇਸ ਕਰਕੇ ਵੀ ਇਹਨਾਂ ਨੂੰ ਸੂਝਵਾਨ ਨੇ ਹਰਿਆਣੇ ਵਾਲੇ। ਇਸ ਨੂੰ ਇਹ ਦੱਸ ਦਿੰਦੇ ਆ ਵੀ ਹਰਿਆਣੇ ਵਾਲੇ ਸਾਥ ਦੇਣਗੇ, ਤੁਹਾਡਾ ਸਾਥ ਦਿੰਦੇ ਆ, ਸੋ ਤੋਂ ਮੂਹਰੇ ਚੱਲਣਗੇ, ਪਰ ਕਿਸੇ ਨੂੰ ਭਿੰਡੋ ਨਾ, ਕਿਸੇ ਨੂੰ ਤੋੜੋ ਨਾ, ਰਾਜਨੀਤੀ ਨਾ ਕਰੋ। ਕਹਿਣ ਦਾ ਭਾਵ ਵੀ ਇੱਕ ਕਿਸਾਨੀ ਅੰਦੋਲਨ ਨੂੰ ਮੁੱਖ ਰੱਖ ਕੇ ਚੱਲੋ। ਜਿਹੜਾ ਕਿਸਾਨ ਟਰਾਲੀ 'ਚ ਬੈਠਾ, ਜਿਹੜਾ ਕਿਸਾਨ ਰਾਤ ਨੂੰ 12 ਵਜੇ ਉੱਠ ਕੇ ਨੱਕੇ ਛੱਡਦਾ, ਉਹਨੂੰ ਛੱਡੋ। ਪਾਰਟੀਆਂ ਨੂੰ ਛੱਡ ਕੇ ਪਿੰਡਾਂ 'ਚ ਛੱਡਣਾ ਬੰਦ ਕਰ ਦਿਓ, ਉੱਥੇ ਬੈਠੋ ਤੰਬੂਆਂ 'ਚ ਆ ਕੇ, ਰੁੱਖੀ ਮਿੱਸੀ ਠੰਡਾ ਪਾਣੀ ਵੀ, ਉਹ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪੋ, ਫੇਰ ਪਤਾ ਲੱਗੂ ਸਾਨੂੰ ਕਿਸਾਨ ਅੰਦੋਲਨ। ਤੁਸੀਂ ਕਹਿ ਰਹੇ ਹੋ ਵੀ ਇਹਦੇ ਵਿੱਚ ਸਿਆਸਤ ਨਾ ਅਸੀਂ ਲੱਭੀਏ, ਪਾਰਟੀਬਾਜ਼ੀ ਨਾ ਲੱਭੀਏ, ਇਸ ਵੇਲੇ ਲੋੜ ਹੈ ਕਿਸਾਨਾਂ ਨੂੰ ਸਾਡੀ। ਉਹ ਕਿਸਾਨ ਜਿਹੜਾ ਟਰਾਲੀਆਂ ਦੇ ਵਿੱਚ ਬੈਠਾ ਹੈ, ਅੰਨਦਾਤਾ ਹੈ ਜਿਹੜਾ, ਜਿਹਦੀ ਹੁਣ ਗੱਲ ਨਹੀਂ ਹੋ ਰਹੀ, ਗੱਲ ਹੋ ਰਹੀ ਹੈ ਪਾਰਟੀਬਾਜ਼ੀ ਦੀ। ਬਾਬਾ ਜੀ ਗੱਲ ਇਹ ਵੀ ਸੱਚ ਹੈ ਕਿ 2022 'ਚ ਚੋਣਾਂ ਆ ਗਈਆਂ ਜੀ ਸਿਰ ਤੇ, 2022 ਦੀਆਂ ਚੋਣਾਂ ਦੇ ਅਸਰ ਕੀ ਪਏਗਾ? ਦੇਖੋ ਗੱਲ ਆਉਣ ਵਾਲੇ ਸਮੇਂ 'ਚ ਬਿਲਕੁਲ ਕਲੀਅਰ ਹੈ। ਇਹ ਤਾਂ ਹੁਣ ਸਾਡੀ ਇਹਨੂੰ ਦੋ ਰੂਪੀ ਕਹਿ ਸਕਦੇ ਹਾਂ। ਇੱਕ ਤਾਂ ਸੰਗਤ ਰੂਪ ਤੇ, ਸੰਗਤ ਉਹ ਜਿਹੜੇ ਪਰਮੇਸ਼ਰ ਅਕਾਲ ਪੁਰਖ ਨੂੰ ਮੰਨਦੇ ਆ, ਉਹ ਇਹ ਹਜ਼ਰ ਨਜ਼ਰ ਕਰ ਲੈਣਾ ਵੀ ਅਸੀਂ ਵੋਟ ਕੋਈ ਪਾਰਟੀ ਨੂੰ ਵੋਟ ਨਹੀਂ ਪਾਉਣੀ। ਉਹ ਇਹ ਮੁੱਦਾ ਬਣਾ ਦੇਣ ਵੀ ਉਸ ਤੋਂ ਬਾਅਦ ਹੀ ਕੋਈ ਪੰਜਾਬ 'ਚ ਪਾਰਟੀ ਬਣੂਗੀ, ਪਹਿਲਾਂ ਕਿਸਾਨੀ ਅੰਦੋਲਨ ਲਖੀਰ ਹੀ ਖਿੱਚ ਦੇਣਾ। ਤੇ ਦੂਜੀ ਗੱਲ, ਜੇ ਅਸੀਂ ਭਾਈ ਹੁਣ ਇਹਨਾਂ ਦੇ ਚਿਹਰਿਆਂ ਤੇ ਜਾਣਾ ਜਾਂ ਆਉਣ ਵਾਲੀ ਰਾਜਨੀਤੀ, ਝੂਠੀ ਰਾਜਨੀਤੀ ਤੇ ਜਾਣਾ, ਫਿਰ ਚੁਣ ਲਿਓ, ਕੋਈ ਗੱਲ ਨਹੀਂ। ਪਹਿਲਾਂ ਜਿਹੜੇ ਗੁਰੂ ਸਾਹਿਬ ਦੇ, ਇਹ ਕਹਿੰਦੇ ਗੁਰੂ ਰੋਲੇਗਾ, ਗੁਰੂ ਨਹੀਂ ਰੋਲ ਸਕਦਾ, ਗੁਰੂ ਦੇ ਅੰਗ ਰੋਲੇ ਨੇ। ਫਿਰ ਅੱਜ ਆਪ ਕਿੱਥੇ, ਆਪ ਵੀ ਰੋਲੇ ਪਏ ਆ। ਹੁਣ ਸਾਂਭ ਲੈਣ, ਬਿਨਾਂ ਗੁਰੂ ਤੋਂ ਕਿਸੇ ਨੇ ਨਹੀਂ ਸਾਹਮਣੇ। ਜਿਨ੍ਹਾਂ ਨੇ ਗੁਰੂ ਦੇ ਅੰਗ ਰੋਲੇ ਨੇ, ਭਾਵੇਂ ਉਹ ਕਿਸਾਨ ਹੈ, ਭਾਵੇਂ ਮਜ਼ਦੂਰ ਆ, ਸਮਾਂ ਤਾਂ ਸਭ ਦਾ ਹੀ ਪਊਗਾ। ਚੰਗਾ ਮਾੜਾ ਸਭ ਨਾਲ ਹੀ ਹੋਊਗਾ, ਪਾਪ ਇੱਕ ਕਰੇ ਭੁਗਤਣਾ ਸਾਰਿਆਂ ਨੂੰ ਪਊਗਾ। ਉਹ ਤਾਂ ਕਰਕੇ ਇਹਨਾਂ ਨੇ ਉਦੋਂ ਸਾਥ ਨਹੀਂ ਦਿੱਤਾ ਸੱਚ ਦਾ। ਅੱਜ ਇਹ ਆਪਣੀਆਂ ਜ਼ਮੀਨਾਂ ਕਰਕੇ ਨਿਕਲੇ ਹੋਏ ਨੇ ਲੋਕ। ਜੇ ਤੁਸੀਂ ਕਹੋ ਵੀ ਧਰਮ, ਗੱਲ ਉੱਥੇ ਧਰਮ ਦੀ ਕਰ ਰਹੇ ਨੇ। ਇਹ ਐਦਾਂ ਨਹੀਂ ਹੁੰਦਾ। ਜਾਂ ਤਾਂ ਫਿਰ ਧਰਮ ਲੈ ਲਓ, ਧਰਮ ਨੂੰ ਲੈ ਕੇ ਚੱਲੋ, ਫਿਰ ਦੇਖਿਓ ਜ਼ਮੀਨਾਂ ਜਿਹੜੀਆਂ ਧਰਮ ਨੇ ਦਿੱਤੀਆਂ ਨੇ ਕਿੱਦਾਂ ਲੈ ਕੇ ਦਿੰਦਾ। ਧਰਮ ਨੂੰ ਲੈ ਕੇ ਤਾਂ ਚੱਲੋ ਨਾ। ਇਹ ਧਰਮ ਨੇ ਦਿੱਤੀਆਂ ਹੋਈਆਂ ਨੇ ਜ਼ਮੀਨਾਂ, ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਨੇ। ਧਰਮ ਜਦੋਂ ਸੱਚਾਈ ਤੇ ਉਤਰਿਆ, ਫਿਰ ਸਰਕਾਰ ਦਬੂਗੀ। ਕਿਉਂ? ਅਸੀਂ ਕਿਹੜਾ ਤੇਗਾਂ ਚਲਾਉਣੀਆਂ ਨੇ ਭਾਈ, ਅਸੀਂ ਕੋਈ ਉੱਥੇ ਵੱਢਣ ਟੁੱਕਣ ਨਹੀਂ ਆਏ। ਸਾਡੇ ਚੰਗੇ ਸਾਤੋਂ ਸਾਡੇ ਬਾਪੂ ਜੀ ਬੈਠੇ ਆ, ਬਾਪੂ ਧਰਮ ਸਿੰਘ ਜੀ ਬੈਠੇ ਆ, ਬਹੁਤ ਸੂਝਵਾਨ ਜਵਾਨ, ਬਹੁਤ ਹੀ ਸਤਿਕਾਰਯੋਗ। ਤੇ ਬਾਪੂ ਗੁਰਨਾਮ ਸਿੰਘ ਜੀ ਬੈਠੇ ਆ, ਬਾਬਾ ਮਾਨ ਸਿੰਘ ਜੀ ਬੈਠੇ ਆ, ਹੋਰ ਬਹੁਤ ਵਿਦਵਾਨ ਬੈਠੇ ਆ। ਧਰਮ ਤੇ ਕਿਉਂ? ਦੇਖੋ ਧਰਮ ਤੇ ਆ ਕੇ ਕੋਰਟ ਵੀ ਡੋਲਦਾ ਹੈ। ਇਸ ਕਰਕੇ ਸਾਨੂੰ ਸੱਚਾਈ ਪੇਸ਼ ਕਰਨੀ ਪਊਗੀ। ਅੱਜ ਤਾਂ ਅਸੀਂ ਇੱਕ ਦੂਸਰੇ ਨਾਲ ਲੜ ਰਹੇ ਹਾਂ। ਉਹ ਰੁਲਦੂ ਸਿੰਘ ਉਹਨਾਂ ਨੂੰ ਭੰਡੀ ਜਾਂਦਾ, ਉਹ ਉਹਨਾਂ ਨੂੰ ਭੰਡੀ ਜਾਂਦੇ ਨੇ। ਇਹ 'ਚ ਨੁਕਸਾਨ ਕਿਹਦਾ ਹੈ? ਕਿਸਾਨ ਦਾ, ਜਿਹੜਾ 6 ਮਹੀਨੇ ਤੋਂ ਇੰਤਜ਼ਾਰ ਕਰਦਾ। ਅੱਜ ਗਿਰੂ, ਅੱਜ ਹੋਊ, ਵਧਾਈ ਜਾਣ ਲੰਬਾ, ਭਾਵੇਂ ਇਲੈਕਸ਼ਨ ਤੇ ਲੈ ਜਾਣਾ। ਕੀ ਦਿੱਤਾ ਪਹਿਲਾਂ ਲੀਡਰਾਂ ਨੇ? ਕੀ ਦਿੱਤਾ? ਕੁਛ ਨਹੀਂ ਦਿੱਤਾ ਲੀਡਰਾਂ ਚੋਂ ਨਿਕਲ ਕੇ ਲਖੀਰ ਖਿੱਚਦਾ ਨੇ, ਬਿਲਕੁਲ ਕਲੀਅਰ। ਉਹ ਭਾਵੇਂ ਦੀਪ ਸਿੱਧੂ ਆ, ਭਾਵੇਂ ਲੱਖਾ ਸਿਧਾਣਾ ਹੈ, ਕੋਈ ਵੀ ਇਨਸਾਨ ਹੈ, ਸਿਰਫ ਕਿਸਾਨ ਅੰਦੋਲਨ ਤੇ ਲੈ ਕੇ ਮੁੱਖ ਚੱਲਣ, ਕਿਸੇ ਪਾਰਟੀਬਾਜ਼ੀ ਤੋਂ ਦੂਰ ਹੋਣ। ਬਹੁਤ ਸੂਝਵਾਨ ਮੁੰਡੇ ਆ ਇਹ ਵੀ। ਇਹਨਾਂ ਨੇ ਬੜਾ ਸਾਥ, ਇੱਕ ਬਹੁਤ ਲੋਕ ਗੱਲਾਂ ਕਰਦੇ ਆ ਵੀ ਇਹਨਾਂ ਨੇ ਮੋਰਚਾ ਲਾਇਆ ਜੀ, ਪਬਲਿਕ ਇਹਨਾਂ ਨੇ ਉੱਥੇ ਪਹੁੰਚਾਈ। ਇਹਨਾਂ ਧਿਆਨ ਰੱਖਿਓ ਵੀ ਜ਼ਮੀਨ ਪਬਲਿਕ ਦੀ ਇਕੱਲੀ ਦੀ ਨਹੀਂ, ਲੱਖੇ ਕੋਲੇ ਵੀ ਜ਼ਮੀਨ ਹੈ, ਦੀਪ ਸਿੱਧੂ ਕੋਲੇ ਵੀ ਜ਼ਮੀਨ ਹੈ। ਅਸੀਂ ਵੀ ਖੇਤੀ ਕਰਦੇ ਹਾਂ ਗੁਰੂ ਘਰ ਦੀ ਜ਼ਮੀਨ ਦੀ। ਸਾਰਿਆਂ ਦਾ ਸਾਂਝਾ ਅੰਦੋਲਨ ਹੈ। ਇੱਕ ਦੂਸਰੇ ਨੂੰ ਆਪਸ ਵਿੱਚ ਚਿੱਕੜਨਾ ਕਿਸੇ 'ਤੇ ਸਿੱਟੀਏ
ਮਸਲਾ ਹੱਲ ਕਰੀਏ, ਮਸਲੇ ਵੱਲ ਤੁਰੀਏ, ਮਸਲੇ ਵੱਲ ਜਿਹੜੀ ਗੱਲ ਤੇ ਉਹ ਗੱਲ ਤੇ ਤੁਰੀਏ। ਇਹ ਚੀਜ਼ਾਂ ਨੇ ਕੁਝ ਨਹੀਂ ਦੇਣਾ, ਆਉਣ ਵਾਲੇ ਸਮੇਂ 'ਚ ਨੁਕਸਾਨ ਹੋਊਗਾ ਜੇ ਚੀਜ਼ ਤੋਂ ਉਤਰੇ। ਬਈ ਇੱਕ ਗੱਲ ਹੋਰ, ਮੇਰਾ ਆਖਰੀ ਸਵਾਲ ਹੈ ਬਈ ਨਿਹੰਗ ਸਿੰਘ ਦੇ ਬਾਣਾ ਦੇਖ ਕੇ ਆਮ ਤੌਰ ਤੇ ਲੋਕ ਡਰ ਜਾਂਦੇ ਨੇ, ਹਨਾ। ਪੰਜਾਬ ਵਿੱਚ ਵੀ ਆਮ ਤੌਰ ਤੇ ਪੰਜਾਬੀਆਂ ਨੂੰ ਤਾਂ ਫਿਰ ਵੀ ਪਤਾ ਹੈ, ਲੇਕਿਨ ਤੁਸੀਂ ਹੁਣ ਦਿੱਲੀ ਦੇ ਬੈਠੇ ਹੋ, ਹਰਿਆਣੇ ਵਾਲੇ ਹੋਗੇ, ਦਿੱਲੀ ਵਾਲੇ ਹੋ ਕੇ ਕਿਸੇ ਨੇ ਮਤਲਬ ਕਿ ਕਿਤੇ ਜਿਹੜੇ ਫੌਜਾਂ ਵੀ ਨਾਲ ਖੜੀਆਂ ਨੇ ਸਰਕਾਰੀ, ਚਾਹੇ ਪੁਲਿਸ ਹੈ, ਚਾਹੇ ਆਰਮੀ ਹੈ, CRPF ਹੈ, ਉਹ ਡਰ ਤਾਂ ਨਹੀਂ ਲੱਗਦਾ ਵੀ ਨਿਹੰਗ ਸਿੰਘ ਬੈਠੇ ਨੇ ਇੱਥੇ, ਹੋਰ ਨਾ ਕਿਤੇ ਤਲਵਾਰਾਂ ਚੱਲ ਜਾਣ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਦੇਖੋ ਨਾ, ਪਿਛਲੇ ਸਮੇਂ ਦੀ ਖੇਡ ਹੈ ਤੇ ਇੰਨਾ ਧਿਆਨ ਰੱਖੀਏ ਵੀ ਜੇ ਬਾਣੇ ਪਾਏ ਆ ਨਾ, ਜੇ ਜਿੰਨੇ ਵੀ ਲੱਖ ਫੌਜ ਹੈ ਉਹਨਾਂ ਨੇ ਬਾਣੇ ਪਾਏ ਨੇ। ਅਸੀਂ ਇਹੀ ਗੱਲ ਕਵਾਂਗੇ ਵੀ ਸਾਨੂੰ ਗੁਰੂ ਸਾਹਿਬ ਨੇ ਇਕੱਲੀਆਂ ਤੇਗਾਂ ਮਾਰਨੀਆਂ ਨਹੀਂ ਸਿਖਾਈਆਂ, ਸਾਨੂੰ ਬਾਣੀ ਪੜ੍ਹਨ ਵੀ ਦੱਸਿਆ, ਸਾਨੂੰ ਕਿਰਿਆ ਸੋਧਨ ਵੀ ਦੱਸਿਆ। ਮਹਾਰਾਜ ਨੇ ਸਾਨੂੰ ਬਿਲਕੁਲ ਬਾਣੀ 'ਚ ਕਲੀਅਰ ਕਰਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਵਿੱਚ ਮੈਂ ਕਰੂ ਨਿਵਾਸ। ਇਹ ਗੱਲ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੰਨਣੀ ਪਊਗੀ। ਜੇ ਮੰਨ ਲੈਣਗੇ ਤਾਂ ਇਹ ਤਰ ਜਾਣਗੇ, ਜੇ ਨਹੀਂ ਮੰਨਣਗੇ, ਅੱਜ ਸਾਨੂੰ ਸਾਰੇ ਕਹਿੰਦੇ ਸੀ, ਸਾਨੂੰ ਇਹ ਗੱਲ ਨੂੰ ਅਸੀਂ ਸੋਚੀ ਹੈ, ਬਹਿ ਕੇ ਬੜਾ ਵਿਚਾਰਿਆ ਵੀ ਯਾਰ ਨਿਹੰਗਾਂ ਸਿੰਘਾਂ ਨੂੰ ਸਾਰੇ ਗੱਲ ਕਹਿੰਦੇ ਆ ਵੀ ਇਹ ਸੁੱਖਾ ਪੀਂਦੇ ਆ, ਬੱਕਰੇ ਖਾਂਦੇ ਆ। ਇਹਨਾਂ ਨੇ ਕਦੇ ਰਹਿ ਕੇ ਤਾਂ ਵੇਖੋ ਆ ਕੇ ਵੀ ਇਹ ਕੀ ਚੀਜ਼ ਨੇ। ਲੋਕ ਇਹਨਾਂ ਤੋਂ ਡਰਦੇ ਆ, ਪਰ ਅਸੀਂ ਇਹ ਦੱਸ ਦਿੰਦੇ ਹਾਂ ਵੀ ਜੇ ਤੁਸੀਂ ਇਹਨਾਂ ਦੇ ਲੜ ਲੱਗੋਗੇ ਨਾ, ਸੂਝਵਾਨ ਨੇ ਇਹ, ਪਰਮੇਸ਼ਰ ਅਕਾਲ ਪੁਰਖ ਦੀ ਇਹਨਾਂ 'ਤੇ ਕਿਰਪਾ, ਉਹਨਾਂ ਦਾ ਸਾਜਾ ਹੋਇਆ ਪੰਥ ਹੈ ਇਹ। ਇਹਨਾਂ ਤੋਂ ਡਰਿਆ ਨਾ ਕਰੋ, ਇਹਨਾਂ ਕਦੇ ਬਹਿ ਕੇ ਦੇਖੋ, ਇਹ ਤੁਹਾਨੂੰ ਮਸਲੇ ਹੱਲ ਕਰਕੇ ਦੇ ਦੇਣਗੇ ਸਾਰੇ। ਇਹਨਾਂ ਨੂੰ ਇਹਨਾਂ ਦੇ ਜੇ ਪ੍ਰੀਤੀ ਇਹਨਾਂ ਦੇ ਪ੍ਰੀਤੀ ਜੁੜ ਗਿਆ। ਅੱਜ ਅਸੀਂ ਇੱਕ ਵਰਲਡ ਨੂੰ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਹਾਂ। 31 ਲੀਡਰ ਇਹਨਾਂ ਨੂੰ ਦੇਖ ਲਓ ਸਮਾਂ, ਇਹਨਾਂ ਨੂੰ ਪ੍ਰੇਮ ਪਿਆਰ ਦੇ ਨਾਲ ਬਿਠਾ ਕੇ ਇਹਨਾਂ ਨੂੰ ਸਮਝਾਓ ਵੀ ਤੁਹਾਡੇ ਬਸ ਦਾ ਨਹੀਂ ਹੈਗਾ, ਤਾਂ ਇਹ ਵੀ ਆਪਣਾ ਹੀ ਆ, ਸਾਰੇ ਪਰਿਵਾਰ ਆਪਣੇ ਹੀ ਨੇ। ਸਾਰੀਆਂ ਜਥੇਬੰਦੀਆਂ ਨੂੰ ਪੁੱਛਣ ਕਲੀਅਰ ਕਰਕੇ ਵੀ ਲਓ ਭਾਈ, ਕੱਲ੍ਹ ਨੂੰ ਇਹ ਨਾ ਕੋਈ ਹੱਥ ਖੜਾ ਕਰਕੇ ਕਹਿ ਦੇ ਫਿਰ ਬਾਅਦ 'ਚ ਕਹਿ ਦਿੰਦੇ ਆ ਨਾ ਇਹ ਵੀ ਸਾਡੇ ਕੋਲੇ ਲੀਡਰ ਨਹੀਂ ਸੀ ਹੈਗਾ ਜੀ ਕੌਮ ਦਾ। ਅੱਜ ਉਹ ਗੱਲ ਨਹੀਂ ਹੈਗੀ। ਅੱਜ ਸਾਰੇ ਪੜ੍ਹੇ ਲਿਖੇ ਇਨਸਾਨ ਨੇ, ਸੋਝੀ ਦੇ ਮੁਤਾਬਕ ਚੱਲ ਰਹੇ ਨੇ। ਕੱਲ੍ਹ ਨੂੰ ਲੀਡਰ 'ਤੇ ਗੱਲ ਨਹੀਂ ਆਉਣੀ, ਕੱਲ੍ਹ ਨੂੰ ਜਥੇਬੰਦੀਆਂ 'ਤੇ ਗੱਲ ਆਊਗੀ। ਅਸੀਂ ਪਰ ਇਹ ਦਾਅਵੇ ਨਾਲ ਕਹਿ ਰਹੇ ਹਾਂ ਵੀ ਜੇ ਗੁਰੂ ਸਾਹਿਬ ਦੀ ਤਾਬਿਆ ਚੱਲਣਗੇ, ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਵਿਦਵਾਨ, ਸੂਝਵਾਨ ਇਹਨਾਂ ਦੀ ਗੱਲ ਨਿਮੇੜ ਕੇ ਇਹਨਾਂ ਨੂੰ ਘਰੋਂ ਘਰ ਹੀ ਤੋੜ ਦੇਣਗੇ। ਜੇ ਇੱਦਾਂ ਹੀ ਲੜਦੇ ਰਹੇ ਬਸ ਫਿਰ ਲੱਤਾਂ ਉਹਦੀਆਂ ਖਿੱਚੀ ਜਾਵੇ, ਉਹਦੀਆਂ ਖਿੱਚੀ ਜਾਵੇ, ਫਿਰ ਖਿੱਚੀ ਜਾਣ। ਅਸੀਂ ਆਨੰਦ ਨਾਲ ਬੈਠੇ ਉੱਥੇ ਆਪਣਾ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਬਾ ਅਮਨ ਜੀ। ਬੁੱਢਾ ਦਲ ਤੋਂ, ਲੇਕਿਨ ਗੱਲ ਸਾਫ਼ ਹੈ, ਮਤਲਬ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਹ, ਜਿਵੇਂ ਮੈਂ ਸ਼ੁਰੂਆਤ ਕੀਤੀ ਸੀ, ਸਾਰੇ ਧਰਮਾਂ ਤੋਂ ਉੱਤੇ ਉੱਠ ਕੇ ਚੱਲ ਰਿਹਾ ਹੈ। ਇਸ ਨੂੰ ਕੋਈ ਵੀ ਬੰਦਾ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਨਾ ਕਰੇ, ਖਾਸ ਕਰਕੇ ਆਪਣੀਆਂ ਵੋਟਾਂ ਚਮਕਾਉਣ ਦੇ ਲਈ, ਜਾਂ ਫਿਰ ਕੋਈ ਬੰਦਾ ਜੇਕਰ ਇਸ ਅੰਦੋਲਨ ਦੇ ਵਿੱਚੋਂ ਆਪਣੀ ਸਿਆਸਤ ਜਾਂ ਆਪਣਾ ਸਿਆਸੀ ਭਵਿੱਖ ਦੇਖ ਰਿਹਾ ਹੈ ਤਾਂ ਦੇਖੇ ਜੀ ਸਦਕੇ, ਪਰ ਇਸ ਅੰਦੋਲਨ ਤੋਂ ਅਲੱਗ ਹੋ ਕੇ ਦੇਖੇ, ਕਿਉਂਕਿ ਇਸ ਅੰਦੋਲਨ ਨੂੰ ਢਾਹ ਨਾ ਲੱਗੇ ਉਹ ਚੰਗਾ ਹੈ, ਨਾ ਸਿਰਫ ਆਮ ਲੋਕਾਂ ਦੇ ਲਈ ਬਲਕਿ ਅੰਨਦਾਤੇ ਲਈ ਵੀ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਸ਼੍ਰੀ ਚਮਕੌਰ ਸਾਹਿਬ।